जी। श्लोक महला तीजा। ज्यों आन पीड़िय रतन भोरी दे, जियो मन चौखनिय सच्चे संगड़ने। नानक मेल ना चुकई राती अतैठे। महला तीजा। सज्जन मैंडा रंगुला रंग लाए मन के, ज्यों माझी थ कपड़े रंगे भी पाहे। नानक रंग न उतरै बयान लग के पौड़ी। हर आप बरतै आप, हर आप बुलाएंगा। हर आपे श्रेष्ठ सवार सिर कंधै लाएंगा। इतना भक्ति लाए एक आप खुआएंगा। इतना मार्ग पाए एक उजड़ पाएंगा। जन नानक नाम ध्याए गुरमुख गुण गाएंगा। श्लोक महला तीजा। ਅਸੀਂ ਇਸ ਪੌੜੀ ਦੇ ਨਾਲ ਸ਼ਲੋਕ ਨੰਬਰ ਦੂਜਾ 2 ਨੰਬਰ ਵਾਲਾ ਸ਼ਲੋਕ ਜਿਸ ਦਾ ਪਾਠ ਸ਼੍ਰਵਣ ਕੀਤਾ ਹੈ। ਆਪ ਜੀ ਧਿਆਨ ਦੇਣਾ ਜੀ। ਸੱਜਣ ਮੈਂਡਾ ਰੰਗੁਲਾ, ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਲੈ। रंग का अर्थ गुरु ग्रंथ साहब जी की बाणी नूं पढ़दे हां, जिथे इस कुदरत दे अंदर वख-वख रंगां दा जिक्र लाल हरा पीला इत्यादिक दा है, उत्थे इस बाणी दे अंदर रंग शब्द बहुतात विच जदों वरतिया गया तां रंग दा अर्थ प्यार भी है। रंग का अर्थ प्यार भी है। आप जप बाणी च भी पढ़ते हाँ, भरीए मत पापां कै संग ओ तो पै नामे कै रंग। नाम दे प्यार नाल, उत्थे भी रंग का अर्थ प्यार आ। जाको हर रंग लागो इस जुग में सो कईयत है सूरा। जाको हर रंग हरी दा प्यार इस जीवन विच रहिंदियां लग गया, वो सूरमा है, बलवान है। इत्थे असीं पढ़ रहे हैं सज्जन मैंडा रंगुला। सज्जन मेरा रंगुला है, प्यारा है। रंग लाए मन ले। प्यार मनुख की जिंदगी अंदर भी ला दिंदा है, मन लैके मन लै लेंदा है ते प्यार ला दिंदा है। जानी हुण असीं इस पाठ नूं जदों देख रहे हैं तो समझ लग रहा कि मन देना पेगा। जिवें समझण लई एक कहानी दी असीं गल कर सकते हाँ। किसी मेले दे अंदर कुछ धीआं गईयां, उन्होंने मेला वेख्या और वापस मुड़न लग्या मन च आया क्यों ना होवे आपां चुन्नियां रंगवा लईए। और चुन्नियां रंगण का जदों ख्याल मन च आया, ललारी कोल गईयां, ललारी नूं पुछया किन्ने पैसे लैणे आ। उन्हें अपनी मजदूरी दसी और नाल कहा कि 4 घड़ियां ये चुन्नियां मैनू दिओ, जानी थोड़ा समा ये चुन्नियां मेरे कोल रहनियां चाहिदियां। तो उन्हां धीआं ने अगों आख्या भी साडे पिंड दे लोग भी इत्थे आए ने और जे सिर तो चुन्नी ला के असीं तैनूं देवांगियां
ਤਾਂ ਲੋਕ ਸਾਡੇ ਤੇ ਹੱਸਣਗੇ, ਸਾਡਾ ਮਜ਼ਾਕ ਬਣੇਗਾ। ਔਰ ਲਲਾਰੀ ਅੱਗੋਂ ਕਹਿੰਦਾ, ਭੈਣੋ ਜੇ ਚੁੰਨੀਆਂ ਤੁਹਾਡੇ ਸਿਰ ਤੇ ਰਹੀਆਂ ਤੇ ਮੈਂ ਰੰਗਾਂਗਾ ਕੀ, ਮੈਂ ਕਿਵੇਂ ਰੰਗ ਚੜਾਵਾਂਗਾ? ਜੇ ਚੁੰਨੀਆਂ ਨੂੰ ਰੰਗ ਚੜਾਉਣਾ ਹੈ ਤਾਂ ਤੁਹਾਨੂੰ ਇਹ ਚੁੰਨੀਆਂ ਮੈਨੂੰ ਦੇਣੀਆਂ ਪੈਣਗੀਆਂ, ਤੇ ਜੇ ਚੁੰਨੀਆਂ ਤੁਸੀਂ ਸਿਰ ਰੱਖਣੀਆਂ ਤਾਂ ਮੇਰੀ ਸਮਰੱਥਾ ਨਹੀਂ ਹੈ, ਮੇਰੇ 'ਚ ਕੋਈ ਤਾਕਤ ਨਹੀਂ ਹੈ ਕਿ ਚੁੰਨੀਆਂ ਤੇ ਰੰਗ ਚੜ ਜਾਏ। ਇਹੀ ਹਾਲ ਸਾਡਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਰੱਖਿਆ ਹੈ ਵੀ ਅਸੀਂ ਰੰਗ ਤਾਂ ਚੜਾਉਣਾ ਚਾਹੁੰਦੇ ਹਾਂ, ਪਰ ਰੰਗ ਚੜਾਉਣ ਲੱਗਿਆਂ ਅਸੀਂ ਜਿਹੜੀ ਚੀਜ਼ ਨੂੰ ਰੰਗ ਚੜ੍ਹਨਾ ਹੈ ਨਾ, ਉਹ ਰੰਗ ਨੂੰ ਦੇਣਾ ਨਹੀਂ ਚਾਹੁੰਦੇ, ਉਹ ਮਨ ਨੂੰ ਦੇਣਾ ਨਹੀਂ ਚਾਹੁੰਦੇ ਵੀ ਇਹਨੂੰ ਰੰਗ ਚੜ੍ਹ ਜਾਏ। ਔਰ ਇੱਕ ਗੱਲ ਹੋਰ ਦੇਖੋ, ਆਪਾਂ ਇੱਕ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪੜ੍ਹਦੇ ਹਾਂ, ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਅਸੀਂ ਇਹਨੂੰ ਲੱਭ ਦੇ ਰੰਗ 'ਚ ਰੰਗ ਬੈਠੇ ਹਾਂ, ਇਹਨੂੰ ਰੰਗ ਲੱਭ ਦਾ, ਲਾਲਚ ਦਾ ਚੜ ਗਿਆ ਆ। ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇਂ ਚੋਲੜਾ, ਕਿਉਂ ਧਨ ਸੇਜਿਆ ਜਾਏ। ਇਹ ਚੋਲਾ ਜਿਹੜਾ ਲਾਲਚ ਦੇ ਰੰਗ ਨਾਲ ਰੰਗਿਆ ਗਿਆ, ਇਹ ਸਾਹਿਬ ਨੂੰ, ਮਾਲਕ ਨੂੰ, ਕੰਤ ਨੂੰ ਭਾਉਂਦਾ ਹੀ ਨਹੀਂ, ਉਹਨੂੰ ਪਸੰਦ ਹੀ ਨਹੀਂਗਾ। ਜਦੋਂ ਪਸੰਦ ਨਹੀਂਗਾ ਤਾਂ ਇਹ ਧਨ, ਇਹ ਇਸਤਰੀ ਮਾਲਕ ਦੀ ਸੇਜ ਤੇ ਜਾਵੇ ਕਿਵੇਂ? ਉਹਨੂੰ ਪਸੰਦ ਹੀ ਨਹੀਂ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਔਰ ਉੱਥੇ ਹੀ ਉਸੇ ਸ਼ਬਦ ਨੂੰ ਆਪਾਂ ਪੜ੍ਹਦੇ ਜਾਂਦੇ ਹਾਂ, ਫਿਰ ਸਾਨੂੰ ਇਹ ਮਿਲਦਾ ਆ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਉੱਥੇ ਸਾਨੂੰ ਇਹ ਵੀ ਲਾਈਨ ਮਿਲ ਰਹੀ ਆ, ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਫਿਰ ਇਸ ਰੰਗ ਦਾ ਮੁਕਾਬਲਾ ਕੋਈ ਨਹੀਂ। ਹਾਂ, ਕਾਇਆ ਨੂੰ ਜੇ ਰੰਗਣਾ ਚਾਹੁੰਦੇ ਹੋ ਤੇ ਮਜੀਠ ਰੰਗ ਨਾਲ ਰੰਗਿਓ, ਤੇ ਇੱਕ ਗਲਤੀ ਆਪੇ ਨਾ ਕਰ ਲਿਓ ਕਿ ਅਸੀਂ ਆਪੇ ਰੰਗ ਚਾੜ ਲਈਏ, ਡੱਬ ਪੈ ਜਾਣਗੇ। ਸਾਹਿਬ ਨੂੰ ਵਿੱਚ ਲੈ ਕੇ ਰੰਗ ਲਿਓ, ਸਾਹਿਬ ਨੂੰ ਵਿੱਚ ਲੈ ਕੇ, ਸਾਹਿਬ ਦੀ ਸਲਾਹ ਨਾਲ, ਸਾਹਿਬ ਦੇ ਮਸ਼ਵਰੇ ਨਾਲ ਇਹਨੂੰ ਰੰਗ ਚਾੜਿਓ, ਤੇ ਇਸ ਰੰਗ ਦਾ ਮੁਕਾਬਲਾ ਫਿਰ ਕੋਈ ਨਹੀਂ, ਕਿਤੇ ਦੁਨੀਆ 'ਚ ਨਹੀਂ ਹੈਗਾ। ਔਰ ਮਹਾਰਾਜ ਨੇ ਜਦੋਂ ਇਹ ਐਸੀਆਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਇਹ ਗੱਲ ਪੱਕੀ ਹੈ ਕਿ ਮਨ ਦੇ ਕੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਸਾਨੂੰ ਇਸ ਪ੍ਰਕਿਰਿਆ ਦੇ ਨਾਲ ਹੀ ਸਤਿਗੁਰੂ ਆਪਣਾ ਪਿਆਰ ਬਖਸ਼ਦਾ ਆ। ਔਰ ਅਸੀਂ ਸ਼ਲੋਕ ਪੜ੍ਹ ਰਹੇ ਹਾਂ, ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਲੈ, ਜਿਉ ਮਜੀਠੈ ਕੱਪੜੇ ਰੰਗੇ ਪੀ ਪਾਹੇ, ਨਾਨਕ ਰੰਗ ਨਾ ਉਤਰੈ। ਇਹ ਰੰਗ ਫਿਰ ਉਤਰਦਾ ਨਹੀਂ, ਬਿਆ ਨਾ ਲੱਗੈ ਕਿ, ਇਹਨੂੰ ਹੋਰ ਕੋਈ ਵੀ ਚੀਜ਼ ਪਿਆਰੀ, ਕੋਈ ਵੀ ਚੀਜ਼ ਇਹਦੇ ਮੁਕਾਬਲੇ ਤੇ ਨੇੜੇ ਤੇੜੇ ਨਹੀਂ ਆਉਂਦੀ। ਹਾਂਜੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਬੰਧਨ ਕੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। ਇਸ ਜਗ ਮੈਂ ਨਾਮ ਅਲਭ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੈ ਆਪਣਾ, ਹਉ ਤਿਨ ਬਲਿਹਾਰੈ ਜਾਉ। ਪਹਿਲਾ ਤੀਜਾ ਮਨ ਮੁਖ ਮਨ ਅਜਿਤ ਹੈ, ਦੂਜੈ ਲੱਗੈ ਜਾਏ। ਤਿਸਨੂੰ ਸੁਖ ਸੁਖਨੈ ਨਹੀਂ, ਦੁਖੇ ਦੁਖ ਵਿਹਾਏ। ਘਰ ਘਰ ਪੜ ਪੜ ਪੰਡਤ ਥਕੇ, ਸਿੱਧ ਸਮਾਧ ਲਗਾਏ। ਇਹ ਮਨ ਵਸ ਨਾ ਆਵਈ, ਥਕੇ ਕਰਮ ਕਮਾਏ। ਪੁੱਤਰ ਇੱਕ ਮਿੰਟ, ਤੁਹਾਡੀਆਂ ਲਾਈਟਾਂ ਨਾ ਇਧਰੋਂ ਪਿੱਛੇ ਵਾਲੀਆਂ ਸਾਰੀਆਂ ਬੰਦ ਆ, ਤਾਂ ਕਈਆਂ ਨੂੰ ਪੜ੍ਹਨ 'ਚ ਦਿੱਕਤ ਆ ਰਹੀ ਹੋਏਗੀ। ਲਾਈਟਾਂ ਇੱਥੋਂ ਆ ਬਲਬ ਸਾਰੇ ਇੱਧਰਲੇ ਵੀ ਅੱਗੇ ਵੀ ਜਗਾ ਦਿਓ ਤਾਂ ਕਿ ਚਾਨਣ ਹੋਵੇ। ਹਾਂਜੀ। ਭੇਖ ਧਾਰੀ ਭੇਖ ਕਰ ਥਕੇ, 68 ਤੀਰ ਬਨਾਏ। ਮਨ ਕੀ ਸਾਰ ਨਾ ਜਾਣਨੀ, ਹਉਮੈ ਭਰਮ ਭੁਲਾਏ।
ਗੁਰ ਪ੍ਰਸਾਦੀ ਭਉ ਭਇਆ ਵਡ ਭਾਗ ਵਸਿਆ ਮਨ ਆਏ ਭੈ ਪੈ ਮਨ ਵਸ ਹੁਆ ਹਉ ਮੈਂ ਸ਼ਬਦ ਜਲਾਏ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾਉ ਪਾਇਆ ਨਾਨਕ ਸੁਖ ਸਮਾਏ ਪੌੜੀ ਏ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਏ ਮਾਇਆ ਰੰਗ ਕੁਸੁੰਭ ਕਿਨ ਮੈਂ ਲਹਿ ਜਾਵਣਾ ਚਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੈ ਫਿਰ ਪਛਤਾਵਣਾ ਸ਼ਲੋਕ ਮਹਲਾ ਤੀਜਾ ਸਤਿਗੁਰ ਤੇ ਜੋ ਮੋਹ ਕਰੇ ਸੇ ਬੰਦੇ ਦੁਖ ਸਹਾਹੇ ਫਿਰ ਮਿਲਣ ਨਾ ਪਾਇਨੀ ਜਮੈ ਤੈ ਮਰ ਜਾਹੇ ਸੰਸਾਰ ਰੋਗ ਨਾ ਛੋੜਈ ਦੁਖ ਹੀ ਮੈਂ ਦੁਖ ਪਾਹੇ ਨਾਨਕ ਨਦਰੀ ਬਖਸ਼ ਲੈ ਸ਼ਬਦੇ ਮੇਲ ਮਿਲਾਹੇ ਮਹਲਾ ਤੀਜਾ ਸੋ ਸਤਿਗੁਰ ਤੇ ਮੋਹ ਫਿਰੇ ਤਿੰਨਾ ਠੌਰ ਨਾ ਠਾਉ ਜਿਉ ਛੁੱਟੜ ਘਰ ਘਰ ਫਿਰੈ ਦੁਖ ਚਾਰਨ ਬਦਨਾਉ ਵਾਹ ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਓ ਪੌੜੀ ਵਾਹ ਜੋ ਸੇਵੈ ਸਤ ਮੁਰਾਦ ਸੇ ਭਵਜਲ ਤਰ ਗਿਆ ਜੋ ਬੋਲੈ ਹਰ ਹਰ ਨਾਉ ਤਿਨ ਜਮ ਛੱਡ ਗਿਆ ਸੇ ਦਰਗਾ ਪੈ ਦੇ ਜਾਹੇ ਜਿਨਾ ਹਰ ਜਪ ਲਿਆ ਹਰ ਸੇਵੈ ਸੇਈ ਪੁਰਖ ਜਿਨਾ ਹਰ ਤੁਧ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਬ੍ਰਹਮ ਭਉ ਗਿਆ ਸ਼ਲੋਕ ਮਹਲਾ ਤੀਜਾ ਹਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੈ ਮਨ ਤ੍ਰਿਪਤੀ ਹੈ ਪਾਈਐ ਮੁਖ ਦੁਆਰ ਇਹ ਥੋੜੇ ਜਿਹੇ ਫਰਕ ਨਾਲ ਸ਼ਲੋਕ ਗੁਰੂ ਅਮਰਦਾਸ ਜੀ ਦਾ ਜੀ ਆਪਾਂ ਰੋਜ਼ ਰਹਿਰਾਸ ਦੇ ਪਾਠ ਦੇ ਅਖੀਰ ਤੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਉਹ ਮਹਿਲੇ ਪੰਜਵੇਂ ਦਾ ਹੈ ਪਰ ਥੋੜੇ ਜਿਹੇ ਫਰਕ ਨਾਲ ਤੀਜੇ ਪਾਤਸ਼ਾਹ ਜੀ ਦਾ ਵੀ ਇੱਥੇ ਸ਼ਲੋਕ ਸਾਨੂੰ ਮਿਲ ਰਿਹਾ ਔਰ ਮਹਾਰਾਜ ਨੇ ਇੱਥੇ ਵੀ ਇਹੀ ਸ਼ਬਦਾਵਲੀ ਇਸੇ ਤਰੀਕੇ ਨਾਲ ਵਰਤੀ ਥਾਲੇ ਵਿੱਚ ਤੈ ਵਸਤੂ ਪਈਓ ਤੈ ਮਤਲਬ ਤਿੰਨ ਜਿਹਨੂੰ ਅਸੀਂ ਤ੍ਰੈ ਬੋਲਦੇ ਹਾਂ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਧੈ ਮਨ ਤ੍ਰਿਪਤੀਐ ਪਾਈਐ ਮੋਖ ਦੁਆਰ ਹਾਂਜੀ ਇਹ ਭੋਜਨ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ ਇਹ ਭੋਜਨ ਲੱਭਦਾ ਨਹੀਂ ਮਿਲਦਾ ਨਹੀਂ ਪ੍ਰਣਾਲੀ ਕਹਿੰਦੇ ਨੇ ਲੱਭੈ ਗੁਰ ਵਿਚਾਰ ਗੁਰੂ ਦੀ ਵਿਚਾਰ ਰਾਹੀਂ ਇਹ ਲੱਭਦਾ ਆ ਐਸਾ ਨਹੀਂ ਕਿ ਬਿਲਕੁਲ ਹੀ ਨਹੀਂ ਲੱਭਦਾ ਲੱਭਦਾ ਆ ਸ਼ਬਦ ਵਿਚਾਰ ਰਾਹੀਂ ਗੁਰੂ ਦੀ ਵਿਚਾਰ ਰਾਹੀਂ ਹਾਂਜੀ ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀਐ ਸਦਾ ਰੱਖੀਐ ਗੁਰ ਧਾਰ ਇਹ ਮੁਦਾਵਣੀ ਸਤਿਗੁਰੂ ਪਾਈ ਗੁਰ ਸਿੱਖਾਂ ਲੱਦੀ ਭਾਲ ਨਾਨਕ ਜਿਸ 부ਝਾਏ ਸੋ ਬੁਝ ਸੀ ਹਰ ਪਾਇਆ ਗੁਰਮੁਖ ਕਾਲ ਮਹਲਾ ਤੀਜਾ ਹੁਣ ਧਿਆਨ ਨਾਲ ਦੇਖਣਾ ਜੀ ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀ ਹੈ ਆਤਮਿਕ ਆਨੰਦ ਦੇਣ ਵਾਲੀ ਇਸ ਸਿਫਤ ਸਲਾਹ ਦੀ ਆਤਮਿਕ ਖੁਰਾਕ ਦੀ ਦੱਸ ਗੁਰੂ ਨੇ ਪਾਈ ਆ ਗੁਰਸਿੱਖਾਂ ਨੇ ਖੋਜ ਕੇ ਲੱਭ ਲਈ ਹੈ ਇਸ ਨੂੰ ਸਦਾ ਆਪਣੇ ਹਿਰਦੇ ਵਿੱਚ ਸਾਂਭ ਰੱਖਣਾ ਚਾਹੀਦਾ ਇਹ ਭੁਲਾਉਣੀ ਨਹੀਂ ਚਾਹੀਦੀ ਇਹ ਮੁਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ ਗੁਰਸਿੱਖਾਂ ਨੇ ਭਾਲ ਲਈ ਖੋਜ ਲਈ ਲੱਭ ਲਈ ਇਹ ਭੋਜਨ ਵਾਲੀ ਜਿਹੜੀ ਵਸਤੂ ਆ ਇਹ ਸਤਿਗੁਰੂ ਨੇ ਰੱਖ ਦਿੱਤੀ ਔਰ ਗੁਰਸਿੱਖਾਂ ਨੇ ਗੁਰੂ ਦੀ ਵਿਚਾਰ ਰਾਹੀਂ ਇਸ ਨੂੰ ਭਾਲ ਲਿਆ ਲੱਭ ਲਿਆ ਖੋਜ ਲਿਆ ਤਾਂ ਸਾਨੂੰ ਵੀ ਖੋਜਣਾ ਚਾਹੀਦਾ ਲੱਭਣਾ ਚਾਹੀਦਾ ਕਿਉਂਕਿ ਅਸੀਂ ਵੀ ਤਾਂ ਆਪਣੇ ਆਪ ਨੂੰ ਗੁਰਸਿੱਖ ਕਹਾ ਰਹੇ ਹਾਂ ਸੋ ਇਸ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਵਿਚਾਰ ਸੱਚ ਉਪਦੇਸ਼ ਭੋਜਨ ਤੋਂ ਬਿਨਾ ਸਾਡੀ ਕਦੇ ਵੀ ਤ੍ਰਿਪਤੀ ਨਹੀਂ ਹੋਏਗੀ
ਔਰ ਸਾਡਾ ਜੀਵਨ ਹਮੇਸ਼ਾ ਹੀ ਜਿਹੜਾ ਆ ਉਹ ਤ੍ਰਿਸ਼ਨਾਲੂ ਔਰ ਹਮੇਸ਼ਾ ਹੀ ਜਿਹੜਾ ਆ ਉਹ ਇੱਧਰ ਉੱਧਰ ਦੀ ਭਟਕਣਾ ਦੇ ਵਿੱਚ ਫਸਿਆ ਰਹੇਗਾ। ਔਰ ਸਤਿਗੁਰੂ ਕਹਿੰਦੇ ਨੇ ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ, ਗੁਰਸਿੱਖਾਂ ਨੇ ਭਾਲ ਕੇ ਇਸ ਨੂੰ ਲੱਭ ਲਿਆ ਜੀ। ਮਹਿਲਾ ਤੀਜਾ ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ ਆਪ ਵਿਛੋੜੇ ਨ ਸੇ ਵਿਛੋੜੇ ਦੂਜੇ ਪਾਏ ਖੁਆਏ ਨਾਨਕ ਬਿਨ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ ਪੌੜੀ ਬੈ ਸਕੀਆਂ ਜਸ ਗਾਵੈ ਗਾਵਣ ਹਾਰੀਆਂ ਹਰ ਨਾਮ ਸਲਾਹਿਓ ਨਿਤ ਹਰ ਕਉ ਬਲਿਹਾਰੀਆ ਜਿਨੀ ਸੁਣ ਮੰਨਿਆ ਹਰ ਨਾਉ ਉੱਤੇ ਬਿੰਦੀ ਲਾ ਲਈ ਆਪਾਂ। ਹਾਂ ਹਰ ਨਾਮ ਸਲਾਹਿਓ ਨਿਤ ਹਰ ਕਉ ਬਲਿਹਾਰੀਆਂ। ਹਰ ਕਉ ਬਲਿਹਾਰੀਆਂ ਮਤਲਬ ਹਰੀ ਤੋਂ ਬਲਿਹਾਰ ਜਾਂਦੀਆਂ। ਅੱਗੇ ਠੀਕ ਜਿਨੀ ਸੁਣ ਮੰਨਿਆ ਹਰ ਨਾਉ ਤਿਨਾ ਹਉ ਵਾਰੀਆ। ਹਾਂ ਇੱਥੇ ਹਉ ਆ ਗਿਆ, ਸਿੰਗੂਲਰ ਚ ਆ ਗਿਆ, ਇੱਥੇ ਵਾਰੀਆ ਹੀ ਰਹੇਗਾ। ਗੁਰਮੁਖੀਆਂ ਹਰ ਮੇਲ ਮੇਲਣ ਹਾਰੀਆਂ ਹਉ ਬਲ ਜਾਵਾਂ ਦਿਨ ਰਾਤ ਹਾਂਜੀ। ਦੇਖਣ ਹਾਰੀਆਂ ਮਿਲਾਵਣ ਹਾਰੀਆਂ, ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ। ਦੁਬਾਰਾ ਪੜੋ। ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ। ਸ਼ਲੋਕ ਮਹਿਲਾ ਤੀਜਾ ਬਿਨ ਨਾਮੈ ਸਭ ਭਰਮ ਦੇ ਨਿਤ ਜਗ ਕੋਟਾ ਸੰਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਮਹਿਲਾ ਤੀਜਾ ਸਹਿਜੇ ਜਾਗੈ ਸਹਿਜੈ ਸੋਵੈ ਗੁਰਮੁਖ ਅਨ ਦਿਨ ਉਸਤਤ ਹੋਵੈ। ਮਨ ਮੁਖ ਭਰਮੈ ਸੰਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ। ਗਿਆਨੀ ਜਾਗੈ ਸਵੈ ਸੁਭਾਏ ਨਾਨਕ ਨਾਮ ਰਤਿਆਂ ਪਲ ਜਾਉ ਪੌੜੀ। ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ। ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵੈ ਤਿਨ ਡਰ ਸਟ ਕਤਿਆ। ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਸ਼ਲੋਕ ਮਹਿਲਾ ਤੀਜਾ ਅੰਤਰ ਗਿਆਨ ਨ ਆਇਓ ਜਿਤ ਕਿਛ ਸੋਝੀ ਪਾਏ। ਬਿਨ ਡਿਠਾ ਕਿਆ ਸਾਲਾਹੀਐ ਅੰਧਾ ਅੰਧ ਕਮਾਏ। ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ। ਮਹਿਲਾ ਤੀਜਾ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸੱਚਾ ਸੌਦਾ ਹੱਠ ਸੱਚ ਰਤਨੀ ਭਰੇ ਭੰਡਾਰ। ਗੁਰ ਕਿਰਪਾ ਤੇ ਪਾਈਆਂ ਨਾ ਜੇ ਦੇਵੈ ਦੇਵਨਹਾਰ। ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ। ਵੇਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆ ਬਨਹਾਰ। ਨਾਨਕ ਸੱਚ ਸਲਾਹੀਐ ਧਨ ਸਵਾਰਨਹਾਰ। ਪੌੜੀ ਜਿਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਈ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਕੂੜਿਆਰੀ ਰਜੈ ਕੂੜ ਜਿਉ ਵਿਸਟਾ ਕਾਗ ਖਾਵਈ। ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ। ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲਹਿ ਜਾਵਈ। ਸ਼ਲੋਕ ਮਹਿਲਾ ਤੀਜਾ ਜਿਨ੍ਹਾਂ ਅੰਦਰ ਕੂੜ ਵਰਤੈ, ਕੂੜ ਦਾ ਅਰਥ ਹੈ ਝੂਠ, ਜਿਨ੍ਹਾਂ ਦੇ ਅੰਦਰ ਝੂਠ ਦਾ ਪਸਾਰਾ ਹੈ ਸੱਚ ਨਾ ਭਾਵਈ। ਉੱਥੇ ਸੱਚ ਨਹੀਂ ਪਾਉਂਦਾ। ਜੇ ਕੋ ਬੋਲੇ ਸੱਚ, ਜੇ ਕੋਈ ਸੱਚ ਬੋਲਦਾ ਹੈ ਸੱਚ ਆਖਦਾ ਹੈ ਕੂੜਾ ਜਲ ਜਾਵਈ।
ਤੇ ਕੂੜੇ ਬੰਦੇ ਨੂੰ ਪਸੰਦ ਨਹੀਂ। ਕੂੜਾ ਸੜ ਬਲ ਜਾਂਦਾ ਹੈ, ਔਖਾ ਹੁੰਦਾ ਹੈ। ਕੂੜਿਆਰੀ ਰੱਜੈ ਕੂੜ, ਕੂੜਿਆਰੀ ਝੂਠਾ, ਕੂੜਿਆਰ ਬੰਦਾ, ਰੱਜੈ ਕੂੜ, ਉਹ ਕੂੜ ਨਾਲ ਹੀ ਰੱਜਦਾ। ਜਿਉਂ ਵਿਸ਼ਟਾ ਕਾਗ ਖਾਵੇ, ਜਿਵੇਂ ਕਾਂ ਗੰਦਗੀ ਖਾਂਦਾ ਹੈ ਤੇ ਸੰਤੁਸ਼ਟੀ ਰੱਖਦਾ ਹੈ ਨਾ, ਇਦਾਂ ਹੀ ਇਹਦੀ ਵੀ ਹਾਲਤ ਹੈ। ਔਰ ਇੱਕ ਥਾਂ ਤੇ ਮਹਾਰਾਜ ਹੋਰ ਵੀ ਕਹਿੰਦੇ ਕਾਂ ਨੂੰ ਫੜ ਲਓ, ਕਾਂ ਨੂੰ ਫੜ ਕੇ ਤੇ ਕਾਂ ਨੂੰ ਵਧੀਆ ਸਵਾਦਲੇ ਭੋਜਨ ਪਾਓ, ਉਹਨੂੰ ਚੂਰੀ ਖਵਾਓ, ਉਹਨੂੰ ਮਿੱਠੇ ਸਵਾਦਲੇ ਭੋਜਨ ਪਰੋਸੋ। ਤੇ ਜੇ ਹੁਣ ਕਾਂ ਮਿੱਠੇ ਸਵਾਦਲੇ ਭੋਜਨ ਨਾਲ ਰੱਜ ਜਾਏ ਤੇ ਰੱਜ ਵੀ ਇੰਨਾ ਵੀ ਆਫਰ ਜਾਏ ਤੇ ਤੁਸੀਂ ਸੋਚੋ ਵੀ ਹੁਣ ਇਹਨੂੰ ਛੱਡੀਏ, ਹੁਣ ਤਾਂ ਇਹ ਖਾਣ ਜੋਗਾ ਨਹੀਂ ਰਿਹਾ। ਤੇ ਮਹਾਰਾਜ ਪਤਾ ਕੀ ਕਹਿੰਦੇ ਇੰਨਾ ਰਾਜਣ ਤੋਂ ਬਾਅਦ ਜਿੰਨਾ ਮਰਜ਼ੀ ਉਹਨੂੰ ਖਵਾ ਲਓ, ਮਿੱਠੇ ਸਵਾਦਲੇ ਭੋਜਨ ਪੂਰੀ ਤਰ੍ਹਾਂ ਰਜਾ ਦਿਓ, ਇੰਨਾ ਰੱਜਣ ਤੋਂ ਬਾਅਦ ਵੀ ਉਹਦੀ ਓਨੀ ਦੇਰ ਤ੍ਰਿਪਤੀ ਨਹੀਂ ਜਿੰਨੀ ਦੇਰ ਤੱਕ ਉਹ ਚੁੰਝ ਆਪਣੀ ਗੰਦਗੀ ਵਿੱਚ ਨਹੀਂ ਪਾਉਂਦਾ। ਉਹਦਾ ਸੁਭਾਅ ਆ, ਉਹਨੇ ਪਾਉਣੀ ਆ। ਕਊਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹੈ। ਜਿੰਨਾ ਚਿਰ ਗੋਹੇ ਚੋਂ ਚੁੰਝ ਨਹੀਂ ਮਾਰ ਲੈਂਦਾ ਉਨੀ ਦੇਰ ਤੱਕ ਉਹਦਾ ਗੁਜ਼ਾਰਾ ਨਹੀਂ। ਔਰ ਕਾਂ ਦੀ ਇਹ ਬਿਰਤੀ ਆ ਕਿ ਉਹ ਚੰਗੀਆਂ ਪਦਾਰਥਾਂ ਨੂੰ ਵੀ ਮੂੰਹ ਮਾਰ ਜਾਂਦਾ ਆ। ਅੱਜ ਕੱਲ੍ਹ ਹੁਣ ਘਰ ਬੰਦ ਹੋ ਗਏ, ਅਸੀਂ ਘਰਾਂ ਜਿਹੜੇ ਬੰਦ ਘਰ ਆ ਉਹਨਾਂ ਦੇ ਵਿੱਚ ਅਸੀਂ ਅੰਦਰ ਰਹਿਣ ਲੱਗ ਗਏ। ਪੁਰਾਣਾ ਸਮਾਂ ਸੀ ਖੁੱਲੇ ਘਰ, ਵਿਹੜੇ, ਬਾਹਰ ਲੋਕ ਕੰਮਕਾਰ ਰੋਟੀ ਪਾਣੀ ਬਾਹਰ ਬਣਦਾ, ਵਿਹੜੇ ਦੇ ਵਿੱਚ ਬਣਦਾ ਸੀ। ਪਰ ਕਾਂ ਇਸ ਤਾਕ ਦੇ ਵਿੱਚ ਰਹਿੰਦਾ ਸੀ। ਵੱਡਿਆਂ ਤੋਂ ਤਾਂ ਥੋੜਾ ਬਚਾ ਰਹਿੰਦਾ ਸੀ, ਪਰ ਜਿਹੜੇ ਛੋਟੇ ਬੱਚੇ ਆ ਜਦੋਂ ਉਹ ਰੋਟੀ ਖਾ ਰਹੇ ਆ, ਕੁਝ ਖਾ ਰਹੇ ਆ, ਤਾਂ ਇਸ ਤਾਕ ਦੇ ਵਿੱਚ ਰਹਿੰਦਾ ਸੀ, ਪੂਰੀ ਤਰ੍ਹਾਂ ਤਾਕ ਵਿੱਚ ਰਹਿੰਦਾ ਸੀ ਕਿ ਮਾੜਾ ਜਿਹਾ ਵੀ ਆਸਾ ਪਾਸਾ ਥੋੜਾ ਜਿਹਾ ਵੀ ਧਿਆਨ ਇੱਧਰ ਹੋਇਆ, ਅੱਖ ਇੱਧਰ ਹੋਈ, ਉਹ ਪੂਰੇ ਜ਼ੋਰ ਨਾਲ ਆਣ ਕੇ ਝਪਟ ਮਾਰਦਾ ਸੀ, ਖੋ ਕੇ ਸਭ ਕੁਝ ਲੈ ਜਾਂਦਾ ਸੀ। ਔਰ ਹੁਣ ਜਦੋਂ ਕਾਂ ਇਸ ਹਾਲਤ ਵਿੱਚ ਹੋਵੇ ਵੀ ਬੱਚੇ ਅੱਗੋਂ ਰੋਟੀ ਚੁੱਕ ਕੇ ਲੈ ਗਿਆ, ਬੱਚੇ ਦੇ ਹੱਥ ਵਿੱਚੋਂ ਕੁਝ ਖਾਣ ਵਾਲਾ ਖੋ ਕੇ ਲੈ ਗਿਆ, ਬਨੇਰੇ ਤੇ ਬਹਿ ਕੇ ਖਾ ਗਿਆ, ਤੇ ਹੁਣ ਕੋਈ ਇਹ ਕਵੇ ਕਿ ਵਾਹ ਵਾਹ ਕਾਂ ਨੇ ਤੇ ਅੱਜ ਪਰੌਂਠਾ ਖਾ ਲਿਆ, ਕਾਂ ਤਾਂ ਨਹੀਂ ਅੱਜ ਕਿਤੇ ਜਾਂਦਾ। ਜ਼ਰੂਰੀ ਨਹੀਂਗਾ, ਜ਼ਰੂਰੀ ਨਹੀਂ। ਮਾਂ ਰੋਟੀ ਫੜਾਉਣ ਲਈ ਇੱਧਰ ਉੱਧਰ ਹੋਈ, ਉਹ ਸਿੱਧਾ ਚੌਂਕੇ ਦੇ ਵਿੱਚ ਡਿੱਗਾ ਤੇ ਘਿਓ ਦੀ ਚੁੰਝ ਭਰ ਕੇ ਲੈ ਗਿਆ। ਉਹ ਇਦਾਂ ਹੀ ਕਰਦਾ ਸੀ ਨਾ, ਬਥੇਰੀਆਂ ਸ਼ਰਾਰਤਾਂ ਕਰਦਾ ਸੀ ਉਹ। ਹੁਣ ਉਹ ਘਿਓ ਦੀ ਚੁੰਝ ਭਰ ਕੇ ਲੈ ਗਿਆ ਤੇ ਕੋਈ ਆਖੇ ਲੈ ਲੈ ਬੱਲੇ ਬੱਲੇ ਕਮਾਲ ਹੋ ਗਈ ਵੀ ਕਾਂ ਤਾਂ ਹੁਣ ਘਿਓ ਖਾਣ ਲੱਗ ਗਿਆ, ਕਾਂ ਤਾਂ ਸੁਧਰ ਗਿਆ। ਕਾਂ ਸੁਧਰਿਆ ਨਹੀਂ ਆ। ਕਾਂ ਘਿਓ ਦੀ ਵੀ ਚੁੰਝ ਭਰ ਕੇ ਲੈ ਗਿਆ, ਕਾਂ ਰੋਟੀ ਵੀ ਖੋ ਕੇ ਲੈ ਗਿਆ, ਪਰ ਇਹਨੇ ਟਲਣਾ ਨਹੀਂ ਆ। ਅਜੇ ਵੀ ਜਿੱਥੇ ਕਿਤੇ ਗੋਹਾ ਮਿਲਿਆ ਇਹਨੇ ਚੁੰਝ ਫਿਰ ਖੋਬ ਦੇਣੀ ਆ। ਅਸਲ 'ਚ ਰੌਲਾ ਕਾਂ ਦਾ ਨਹੀਂਗਾ। ਨਾ ਕਾਂ ਵਿਗੜਿਆ ਤੇ ਨਾ ਕਾਂ ਨੇ ਸੁਧਰਨਾ। ਆਪਾਂ ਪਹਿਲਾਂ ਵੀ ਇੱਕ ਦਿਨ ਵਿਚਾਰ ਕਰ ਰਹੇ ਸੀ, ਰੌਲਾ ਹੰਸ ਦਾ ਨਹੀਂ, ਰੌਲਾ ਸਿੱਖ ਦਾ ਆ। ਗੱਲ ਬਗਲੇ ਦੀ ਨਹੀਂ। ਬਗਲਾ ਨਾ ਚੰਗਾ ਨਾ ਬਗਲਾ ਮਾੜਾ, ਬਗਲਾ ਤਾਂ ਬਗਲਾ ਆ, ਪੰਛੀ ਆ। ਬਗਲੇ ਦੀਆਂ ਅੰਦਰਲੀਆਂ ਜਿਹੜੀਆਂ ਕਮਜ਼ੋਰੀਆਂ ਆ ਜਦੋਂ ਬੰਦੇ ਵਿੱਚੋਂ ਨਜ਼ਰ ਆਉਂਦੀਆਂ ਤਾਂ ਬੰਦੇ ਨੂੰ ਕਹਿੰਦੇ ਇਹ ਵੀ ਬਗਲਾ ਆ। ਹੰਸ ਵਿਚਲੀਆਂ ਖੂਬੀਆਂ ਜਦੋਂ ਬੰਦੇ ਚੋਂ ਦੇਖਦੇ ਆ ਤਾਂ ਉਹ ਕੁਆਲਿਟੀ ਨਾਲ ਮਿਲ ਕੇ ਕਹਿੰਦੇ ਆ ਹੰਸ ਆ, ਸਿੱਖ ਹੰਸ ਆ। ਇਦਾਂ ਹੀ ਹੁਣ ਕਾਂ ਦੀਆਂ ਜਿਹੜੀਆਂ ਬਿਰਤੀਆਂ, ਜਿਹੜੀਆਂ ਕਾਂ ਦੀਆਂ ਖਰਾਬੀਆਂ, ਜਿਹੜੀਆਂ ਕਮਜ਼ੋਰੀਆਂ ਉਹਦੀਆਂ ਜਦੋਂ ਬੰਦੇ ਚੋਂ ਦਿਖਾਈ ਦਿੰਦੀਆਂ ਵੀ ਇਹ ਬੰਦਾ ਬਾਣੀ ਵੀ ਪੜ੍ਹ ਲੈਂਦਾ, ਇਹ ਬੰਦਾ ਬੜਾ ਵਧੀਆ ਵਧੀਆ ਗੱਲਾਂ ਕਰ ਲੈਂਦਾ, ਪਰ ਕਦੀ ਕਦੀ ਇਹਨੂੰ ਆਦਤ ਹੈ ਵੀ ਤੁਰਿਆ ਫਿਰਦਾ ਇਹ ਚੁੰਝ ਨਿੰਦਿਆ ਚੁਗਲੀ 'ਚ ਵੀ ਮਾਰਨੋਂ ਹਟਦਾ ਨਹੀਂ। ਇਹ ਕਿਤੇ ਨਾ ਕਿਤੇ ਝੂਠ, ਫਰੇਬ, ਬੇਈਮਾਨੀ, ਠੱਗੀ ਇੱਧਰ ਵੀ ਚੁੰਝ ਫਸਾ ਲੈਂਦਾ ਆ। ਤੋ ਸਤਿਗੁਰੂ ਨੇ ਬਿਲਕੁਲ ਠੀਕ ਕਿਹਾ, ਕੂੜਿਆਰੀ ਰੱਜੈ ਕੂੜ, ਜਿਉਂ ਵਿਸ਼ਟਾ ਕਾਗ ਖਾਵਈ। ਕੂੜਿਆਰ ਰੱਜਦਾ ਹੀ ਕੂੜ ਨਾਲ ਆ। ਜਿੰਨੀ ਦੇਰ ਤੱਕ ਕਾਂ ਵਿਸ਼ਟਾ ਨਾ ਖਾ ਲਵੇ, ਜਿਵੇਂ ਉਹਨੂੰ ਸੰਤੁਸ਼ਟੀ ਨਹੀਂ, ਇਦਾਂ ਹੀ ਕੂੜਿਆਰ ਨੂੰ
ਜਿੰਨੀ ਦੇਰ ਉਹ ਕੂੜ ਚ ਨਾ ਵੜ ਜਾਏ, ਕੂੜ ਵਾਲਾ ਪਾਸਾ ਨਾ ਲੈ ਲਵੇ, ਓਨੀ ਦੇਰ ਤੱਕ ਉਹਨੂੰ ਵੀ ਸੰਤੁਸ਼ਟੀ ਨਹੀਂ ਹੈ। ਹਾਂਜੀ। ਸ਼ਲੋਕ ਮਹਿਲਾ ਤੀਜਾ। ਸ਼ੇਖਾ ਚਉ ਚੱਕਿਆ ਚਉ ਵਾਇਆ, ਇਹ ਮਨ ਇਕਤ ਕਰ ਆਣ, ਇਹ ਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸਤਿਗੁਰ ਆਪੇ ਹੈ ਕੋ ਸਭ ਕਿਛ ਜਾਣੈ ਜਾਣ, ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਸਤਿਗੁਰ ਕੈ ਭਾਣੈ ਭੀ ਚੱਲੈ, ਤਾਂ ਦਰਗਾ ਪਾਵੈ ਮਾਨ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਧਿਗ ਪੈਨਣ ਧਿਗ ਖਾਣ। ਮਹਿਲਾ ਤੀਜਾ। ਸਤਿਗੁਰੂ ਨੇ ਆਪਾਂ ਪਹਿਲਾਂ ਵੀ ਇੱਕ ਸ਼ਲੋਕ ਸਾਹਮਣੇ ਆਇਆ ਸੀ, ਸ਼ੇਖਾ ਅੰਦਰੋਂ ਜ਼ੋਰ ਛੱਡ ਤੂੰ, ਭਉ ਕਰ ਝੱਲ ਗਵਾਏ। ਇੱਥੇ ਵੀ ਸਤਿਗੁਰੂ ਨੇ ਸ਼ੇਖ ਸ਼ਬਦ ਵਰਤਿਆ। ਸ਼ੇਖਾ ਚਉ ਚੱਕਿਆ ਚਉ ਵਾਇਆ, ਚਉ ਚੱਕਿਆ ਚਉ ਵਾਇਆ। ਹੇ ਸ਼ੇਖ ਜਾਨੀ ਧਾਰਮਿਕ ਵਿਅਕਤੀ ਜਿਹਦੀ ਦਿੱਖ ਧਾਰਮਿਕ ਆ। ਪਰ ਸਤਿਗੁਰੂ ਨੇ ਦੋ ਸ਼ਬਦ ਵਰਤੇ, ਚਉ ਚੱਕਿਆ ਚਉ ਵਾਇਆ। ਚੌ ਚਾਰ, ਚੌ ਚੱਕਿਆ, ਚੌਂ ਦਾ ਚੱਕਿਆ ਚਕਾਇਆ। ਚੌ ਆਇਆ ਜਿਹੜਾ ਚਾਰ ਚਫੇਰੇ ਘੁੰਮ ਜਾਏ, ਸੌਖਿਆਂ ਕਰ ਦੇਣਾ। ਇੱਥੇ ਸ਼ਹਿਰਾਂ 'ਚ ਵੀ ਮੈਂ ਕਈ ਪਰਿਵਾਰਾਂ ਵੱਲ ਦੇਖਦਾ ਹਾਂ ਕਿ ਇੱਕ ਤਾਂ ਆਪਣੇ ਕੋਲ ਚੁੱਲ੍ਹਾ ਰਸੋਈ ਵਿੱਚ ਆ, ਇੱਕ ਚੁੱਲ੍ਹਾ ਰਸੋਈ 'ਚ ਆ, ਉਹ ਪੱਕਾ ਆ, ਸਿਲੰਡਰ ਨਾਲ ਲੱਗਾ ਹੋਇਆ, ਜੁੜਿਆ ਹੋਇਆ। ਕੁਝ ਪਰਿਵਾਰਾਂ ਨੇ ਜਾਂ ਜਿਹੜੀਆਂ ਬਜ਼ੁਰਗ ਮਾਈਆਂ ਉਹ ਆਪਣੇ ਸੁਭਾਅ ਦੇ ਮੁਤਾਬਕ ਨਾ ਛੱਤ ਦੇ ਉੱਤੇ ਇੱਕ ਚੁੱਲ੍ਹਾ ਬਣਾ ਕੇ ਰੱਖਦੀਆਂ ਮਿੱਟੀ ਦਾ। ਲੱਕੜਾਂ ਗੋਹਾ ਉਹਦੇ 'ਚ ਬਾਲਿਆ ਜਾ ਸਕਦਾ। ਉਹ ਕਦੀ ਕਦੀ ਫਿਰ ਸਿਆਲ ਦੇ ਦਿਨਾਂ 'ਚ ਚੁੱਕ ਚਕਾ ਕੇ ਧੁੱਪੇ ਕਰ ਲਿਆ ਜਾਂਦਾ। ਉਹਨੂੰ ਪਿੰਡਾਂ ਦੀ ਬੋਲੀ 'ਚ ਸਾਡੇ ਕਹਿੰਦੇ ਆ ਚਾਵਾਂ ਚੁੱਲ੍ਹਾ। ਉਹ ਚੁੱਲ੍ਹਾ ਜਿਹੜਾ ਸਹੂਲਤ ਦੇ ਮੁਤਾਬਕ ਚੁੱਕ ਕੇ ਧੁੱਪੇ ਛਾਵੇਂ ਕੀਤਾ ਜਾ ਸਕੇ, ਅੰਦਰ ਬਾਹਰ ਕੀਤਾ ਜਾ ਸਕੇ, ਉਹਨੂੰ ਕਹਿੰਦੇ ਚਾਵਾਂ ਚੁੱਲ੍ਹਾ। ਉਹ ਹਵਾ ਦੇ ਹਿਸਾਬ ਨਾਲ ਉਹਦਾ ਮੂੰਹ ਵੀ ਫੇਰ ਲਿਆ ਜਾਂਦਾ ਵੀ ਇਧਰੋਂ ਹਵਾ ਆ ਰਹੀ, ਇਹਦਾ ਮੂੰਹ ਦੂਜੇ ਪਾਸੇ ਕਰ ਲਓ। ਦੂਜੇ ਇੱਕ ਚੁੱਲ੍ਹਾ ਆ ਫਿਕਸ ਗੱਡਿਆ ਹੋਇਆ, ਉਹ ਬਦਲ ਨਹੀਂ ਸਕਦਾ, ਹਿੱਲ ਨਹੀਂ ਸਕਦਾ। ਇੱਕ ਉਹ ਚੁੱਲ੍ਹਾ ਆ ਜਿਹੜਾ ਚੁੱਕ ਚਕਾ ਕੇ ਆਸੇ-ਪਾਸੇ ਸਹੂਲਤ ਦੇ ਮੁਤਾਬਕ ਕੀਤਾ ਜਾ ਸਕਦਾ। ਚੌ ਆਇਆ ਚਾਰ ਚਫੇਰੇ ਘੁੰਮਣ ਵਾਲਾ, ਚਾਰ ਚਫੇਰੇ ਜਾਣ ਵਾਲਾ। ਤੇ ਸਤਿਗੁਰੂ ਕਹਿੰਦੇ ਆ ਸ਼ੇਖਾ ਚੌ ਚੱਕਿਆ ਚੌ ਵਾਇਆ, ਚੌ ਦੇ ਚੁੱਕਿਆ ਚਕਾਇਆ, ਚਾਰ ਚਫੇਰੇ ਘੁੰਮਣ ਵਾਲਿਆ ਚਫੇਰ ਗੜੀਆ। ਇਹ ਮਨ ਇਕਤ ਘਰ ਆਣ, ਮਨ ਇੱਕ ਥਾਂ ਤੇ ਲੈ ਕੇ ਆ। ਕਿਉਂ ਚਾਰ ਚਫੇਰੇ ਘੁੰਮੀ ਜਾਣਾ? ਪੂਰਬ ਪੱਛਮ ਉੱਤਰ ਦੱਖਣ ਤੂੰ ਖਲੋਂਦਾ ਹੀ ਕਿਤੇ ਨਹੀਂ। ਐਵੇਂ ਚੁੱਕਿਆ ਚਕਾਇਆ, ਐਵੇਂ ਗੱਲਾਂ ਦੇ ਵਿੱਚ ਆਇਆ, ਫੂਕ ਛਕੀ ਆ, ਤੂੰ ਭੱਜਿਆ ਫਿਰਦਾ, ਦੌੜਿਆ ਫਿਰਦਾ, ਇਹ ਕੀ ਕਰ ਰਿਹਾ ਤੂੰ? ਔਰ ਦੂਜੀ ਲਾਈਨ 'ਚ ਕਹਿੰਦੇ ਆ ਇਹ ਹੜ ਤੇ ਹੜ ਛੱਡ ਤੂੰ। ਆ ਜਿਹੜੀਆਂ ਵਿੰਗੀਆਂ ਟੇਢੀਆਂ ਗੱਲਾਂ ਕਰਦਾ ਛੱਡ ਦੇ, ਕੋਈ ਫਾਇਦਾ ਨਹੀਂ ਇਹਨਾਂ ਦਾ। ਇਹ ਹੜ ਤੇ ਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਗੁਰੂ ਦੇ ਸ਼ਬਦ ਦੀ ਪਛਾਣ ਕਰ, ਗੁਰੂ ਦੇ ਸ਼ਬਦ ਤੇ ਆ। ਆ ਚਫੇਰ ਗੜੀਆ ਬਣਿਆ ਹੋਇਆ ਤੂੰ, ਚਫੇਰ ਗੜੀਆ, ਚਾਰ ਚਫੇਰੇ ਘੁੰਮ ਰਿਹਾ ਆ। ਨਾ ਘੁੰਮ, ਕੁਛ ਨਹੀਂ ਨਿਕਲਣਾ, ਕੋਈ ਫਾਇਦਾ ਨਹੀਂ। ਔਰ ਅਸੀਂ ਕੱਲ ਵੀ ਗੱਲ ਕਰ ਰਹੇ ਸੀਗੇ, ਅਸੀਂ ਘੁੰਮਦੇ ਹਾਂ, ਅਸੀਂ ਘੁੰਮਦੇ ਹਾਂ। ਬਾਣੀ ਵਾਲਾ ਪੱਖ ਅਸੀਂ ਗੁਰਮਤ ਵੱਲ ਵੀ ਹਾਂ। ਕਿਸੇ ਥਾਂ ਤੇ ਗੁਰਪੁਰਬ ਮਨਾਇਆ ਜਾ ਰਿਹਾ, ਕੀਰਤਨ ਹੋ ਰਿਹਾ, ਅਸੀਂ ਉੱਥੇ ਵੀ ਸ਼ਾਮਲ ਹਾਂ। ਕੱਲ ਨੂੰ ਜਿੱਥੇ ਕਿਤੇ ਰਾਵਣ ਜਲਾਇਆ ਜਾਊਗਾ ਉੱਥੇ ਵੀ ਜਾਵਾਂਗੇ। ਜਦੋਂ ਕਿਤੇ ਆਲੇ ਦੁਆਲੇ 'ਚ ਕੋਈ ਹੋਰ ਝੁਰਮਟ ਪਿਆ ਹੋਇਆ ਅਸੀਂ ਉੱਥੇ ਵੀ ਪਹੁੰਚਾਂਗੇ। ਸਾਨੂੰ ਸਾਰਾ ਹੀ ਠੀਕ ਲੱਗਦਾ। ਅਸੀਂ ਗੁਰਮਤ ਵੱਲ ਵੀ ਘੁੰਮ ਗਏ, ਅਸੀਂ ਬਾਕੀ ਥਾਵਾਂ ਵੱਲ ਵੀ ਘੁੰਮ ਗਏ। ਜਿੱਥੇ ਜਿੱਥੇ ਭੀੜ ਸਾਨੂੰ ਜੋ ਵੀ ਕੁਝ ਮਿਲਿਆ ਅਸੀਂ ਉਹ ਭੀੜ 'ਚ ਸ਼ਾਮਲ ਹੋਣ ਤੋਂ ਰੁਕੇ ਨਹੀਂ। ਔਰ ਪਤਾ ਉੱਤਰ ਕੀ ਦਿੰਦੇ? ਇਹ ਇੰਨੇ ਲੋਕ ਆਏ ਗਲਤ ਨੇ। ਇਹ ਕੋਈ ਪੈਮਾਨਾ ਤਾਂ ਨਹੀਂਗਾ ਕਿ ਇੰਨੇ ਲੋਕ ਇਧਰ ਨੂੰ ਆਏ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦੋ ਹੀ ਸੀ। ਜੇ ਜਿੱਦਣ ਹਰਿਦੁਆਰ ਗਏ ਤੇ ਗੰਗਾ ਦੇ ਵਿੱਚ ਜਿਹੜੇ ਪਾਣੀ ਚੜ੍ਹਦੇ ਸੂਰਜ ਨੂੰ ਦੇਣ ਵਾਲੇ ਉਹ ਕਿੰਨੇ ਕੁ ਸੀ ਭਲਾ?
ਇਹ ਦੋ ਹੀ ਸੀਗੇ। ਤੇ ਜੇ ਉਹ ਕਹਿੰਦੇ ਵੀ ਤੁਸੀਂ ਦੋਵੇਂ ਹੀ ਸੱਚੇ ਜੇ, ਬਾਕੀ ਆ ਸਾਰੀ ਦੁਨੀਆ ਇੰਨੇ ਚਿਰ ਦੀ ਪਾਣੀ ਦੇ ਰਹੀ ਆ ਤੇ ਇਹ ਸਾਰੇ ਗਲਤ ਨੇ, ਮੈਂ ਕਹਿੰਦਾ ਫਿਰ ਵੀ ਚੰਗੇ ਸੀ। ਬਾਬੇ ਨੇ ਉਹਨਾਂ ਨੂੰ ਤਰਕ ਦਿੱਤਾ, ਬਾਬਾ ਜੀ ਨੇ ਉਹਨਾਂ ਨੂੰ ਸਵਾਲ ਕੀਤਾ, ਉਹ ਬਾਹਰ ਨਿਕਲ ਕੇ ਆ ਕੇ ਬਹਿ ਗਏ ਸੀਗੇ। ਸਾਨੂੰ ਸਮਝਾ ਫਿਰ ਕਹਿਣਾ ਕੀ ਚਾਹੁੰਦਾ ਤੂੰ। ਤੇ ਅਸੀਂ ਉਹ ਚੀਜ਼ ਜਿਹੜੀ ਉਹਨਾਂ ਨੇ ਨਹੀਂ ਨਾ ਕਹੀ, ਉਹ ਅੱਜ ਅਸੀਂ ਫੜੀ ਹੋਈ ਆ ਵੀ ਇੰਨੇ ਇੱਧਰ ਜਾ ਰਿਹਾ ਇਹ ਗਲਤ ਨੇ, ਇੰਨਾ ਮੁਲਕ ਆ ਕੁਛ ਕਰ ਰਿਹਾ ਇਹ ਗਲਤ ਆ। ਤਾਂ ਇਹ ਕੋਈ ਜ਼ਰੂਰੀ ਨਹੀਂਗਾ। ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ, ਇੱਕ ਔਕਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਬੀਰ। ਕਬੀਰ ਕੱਲਾ ਹੀ ਚੜ ਰਿਹਾ, ਬਾਕੀ ਭੀੜ ਤਾਂ ਸਾਰੀ ਪੰਡਤ ਮਗਰ ਗਈ ਹੋਈ ਆ। ਤੇ ਜੇ ਫੈਸਲਾ ਕਰਨਾ ਹੋਵੇ ਫਿਰ ਠੀਕ ਕੌਣ ਸੀ? ਭੀੜ, ਪੰਡਤ ਮਗਰ ਜਾਣ ਵਾਲੇ, ਕਿ ਜਿਹੜਾ ਕੱਲਾ ਘਾਟੀ ਚੜ ਰਿਹਾ ਸੀ? ਅੱਜ ਉਹ ਕੱਲੇ ਘਾਟੀ ਚੜਨ ਵਾਲੇ ਨੂੰ ਹੀ ਨਮਸਕਾਰ ਕਰ ਰਹੇ ਆ, ਪੰਡਤ ਨੂੰ ਨਹੀਂ ਕਰ ਰਹੇ। ਠੀਕ ਹੈ ਨਾ ਜੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਦੋਂ ਜ਼ਿਕਰ ਕਰਦੇ ਹਾਂ ਤੇ ਭਾਈ ਮਰਦਾਨਾ ਜੀ ਦਾ ਜ਼ਿਕਰ ਕਰਦੇ ਹਾਂ, ਬਾਕੀ ਉਹ ਪਾਣੀ ਦੇਣ ਵਾਲੇ ਕਿੰਨੀ ਭੀੜ ਸੀ ਜਾਂ ਕੀ ਸੀ ਉਹ ਕੋਈ ਨਹੀਂ ਜਾਣਦਾ। ਤਾਂ ਗੁਰੂ ਪਿਆਰਿਓ, ਅਸੀਂ ਚੁਫੇਰ ਗੜੀਏ, ਚਾਰ ਚੁਫੇਰੇ ਘੁੰਮਣ ਵਾਲੇ, ਸਾਰਿਆਂ ਥਾਵਾਂ ਤੇ ਹਾਂ ਮਿਲਾਉਣ ਵਾਲੇ ਅਸੀਂ ਨਾ ਬਣੀਏ। ਕੋਈ ਕੀ ਕਹਿੰਦਾ, ਕੋਈ ਕੀ ਕਰਦਾ, ਸਾਨੂੰ ਕੀ ਲੈਣਾ ਦੇਣਾ। ਸਾਨੂੰ ਇੱਥੇ ਕਣ ਕੇ ਵਿਸ਼ਵਾਸ ਕਰ ਲੈਣਾ ਚਾਹੀਦਾ ਨਾ। ਅਬ ਹਮ ਚੱਲੀ ਠਾਕੁਰ ਪੈ, ਅਬ ਹਮ ਚੱਲੀ ਠਾਕੁਰ ਪੈ। ਤੇ ਅਗਲਾ ਸ਼ਬਦ ਹੈ ਹਾਰ, ਹਾਰ ਕੇ ਅਬ ਹਮ, ਹੁਣ ਮੈਂ ਠਾਕੁਰ ਪੈ ਚੱਲੀ ਆ। ਔਰ ਜਦੋਂ ਠਾਕੁਰ ਕੋਲ ਆਈਆਂ, ਹਾਰ ਕੇ ਆਈਆਂ, ਤੇ ਫਿਰ ਪਤਾ ਕੀ ਕਹਿੰਦੇ ਆ? ਰਾਖ ਪ੍ਰਭੂ ਭਾਵੇਂ ਮਾਰ, ਰੱਖ ਭਾਵੇਂ ਮਾਰ, ਇਹ ਤੇਰੀ ਮਰਜ਼ੀ ਆ। ਹੁਣ ਨਹੀਂ ਕੋਈ ਪਰਵਾਹ ਹੈਗੀ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਢਾਰ ਦਾ ਅਰਥ ਹੈ ਭੇਟਾ ਰੱਖਣਾ। ਮੈਂ ਭੇਟਾ ਰੱਖ ਦਿੱਤਾ ਤੇਰੇ ਅੱਗੇ। ਕੋਈ ਚੰਗਾ ਕਵੇ, ਮਾੜਾ ਕਵੇ, ਕਿਸੇ ਨੂੰ ਠੀਕ ਲੱਗਦਾ, ਨਹੀਂ ਲੱਗਦਾ, ਬਣ ਗਈ ਨਾ ਗੱਲ। ਹੁਣ ਚਫੇਰ ਨਹੀਂ ਨਾ ਰਹਿ ਗਿਆ, ਚੌਵਾਇਆ ਵਾਲਾ ਮਸਲਾ ਖਤਮ ਹੋ ਗਿਆ। ਹੁਣ ਇਕਤ ਘਰ ਆਣ, ਗੁਰ ਕਾ ਸ਼ਬਦ ਪਛਾਣ, ਇਹੜ ਤੇਹੜ ਛੁੱਟ ਗਿਆ। ਹੁਣ ਤਾਂ ਇੰਨਾ ਦ੍ਰਿੜ ਪੱਕਾ ਵਿਸ਼ਵਾਸ, ਭਰੋਸਾ, ਜਾਂ ਇਹ ਵਾਅਦਾ ਜਿਹੜਾ ਗੁਰੂ ਰਾਮਦਾਸ ਸਾਨੂੰ ਕਰਵਾ ਰਹੇ ਆ, ਇਹ ਵਾਅਦਾ ਸਾਡਾ ਗੁਰੂ ਨਾਲ ਹਮੇਸ਼ਾ ਬਣਿਆ ਰਹਿਣਾ ਚਾਹੀਦਾ। ਸਿੱਖ ਹੋਣ ਦੇ ਨਾਤੇ ਤੇ ਸਾਡੇ ਲਈ ਬੜਾ ਹੀ ਜ਼ਰੂਰੀ ਆ ਜੀ। ਮਹਿਲਾ ਤੀਜਾ, ਹਰ ਗੁਣ ਤੋਟ ਨਾ ਆਵੇ, ਕੀਮਤ ਕਹਿਣ ਨਾ ਜਾਏ। ਨਾਨਕ ਗੁਰਮੁਖ ਹਰ ਗੁਣ ਰਵੈ, ਗੁਣ ਮੈਂ ਰਹਿ ਸਮਾਏ। ਪੌੜੀ, ਹਰ ਚੋਲੀ ਦੇ ਸਵਾਰੀ, ਕੱਢ ਪੈਤੀ ਭਗਤ ਕਰ। ਹਰ ਪਾਠ ਲਗਾ ਅਧਿਕਾਈ, ਬਹੁ ਬਹੁ ਵਿਦ ਭਾਂਤ ਕਰ। ਕੋਈ ਬੂਝੈ ਬੂਝਣ ਹਾਰਾ, ਅੰਤਰ ਵਿਵੇਕ ਕਰ। ਸੋ ਬੂਝੇ ਏ ਵਿਵੇਕ, ਜਿਸ ਬੁਝਾਏ ਆਪ ਹਰ। ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ। ਹਰ ਚੋਲੀ ਦੇ ਸਵਾਰੀ। ਵੱਡੀਆਂ ਮਾਵਾਂ ਬੈਠੀਆਂ ਨੇ, ਬਜ਼ੁਰਗ, ਇਹਨਾਂ ਨੂੰ ਪਤਾ ਹੋਏਗਾ, ਅੱਜ ਕੱਲ ਦਾ ਮਸਲਾ ਨਹੀਂ ਰਹਿ ਗਿਆ। ਇੱਕ ਪੁਰਾਣੀ ਕਢਾਈ, ਜਿਹਨੂੰ ਕਸੀਦਾ ਕੱਢਣਾ ਕਹਿੰਦੇ ਸੀ, ਬਰੀਕ ਕਢਾਈ, ਬਹੁਤ ਬਰੀਕ, ਬੜੀ ਔਖੀ। ਲਗਭਗ ਹਰ ਘਰ ਦੇ ਵਿੱਚ ਧੀਆਂ ਨੂੰ ਉਹ ਸਿਖਾਇਆ ਜਾਂਦਾ ਸੀ, ਉਹ ਸਿੱਖਦੀਆਂ ਸੀ ਬੜੇ ਚਾਅ ਨਾਲ। ਉਹ ਬਰੀਕ ਕਢਾਈ ਬੜੀ ਕੀਮਤੀ, ਬੜੀ ਮਹਿੰਗੀ ਤੇ ਬੜੀ ਸੋਹਣੀ ਕੱਪੜਿਆਂ ਦੇ ਉੱਤੇ ਕਢਾਈ ਕੀਤੀ ਜਾਂਦੀ। ਔਰ ਸਤਿਗੁਰੂ ਨੇ ਕਮਾਲ ਕੀਤੀ, ਆਖਣ ਲੱਗੇ ਹਰ ਚੋਲੀ ਦੇ ਸਵਾਰੀ।
ਆ ਸਰੀਰ ਦੇ ਮੰਨ ਲਓ ਇਹ ਚੋਲੀ ਆ, ਔਰ ਇਹਦੇ ਉੱਤੇ ਕਢਾਈ ਕੀਤੀ ਹੈ, ਕਸੀਦਾ ਕੀਤਾ ਆ। ਕਿਹੜਾ ਕਸੀਦਾ? ਕੱਢ ਪੈਦੀ ਭਗਤ ਕਰ। ਇਹਦੇ ਤੇ ਭਗਤੀ ਦਾ ਕਸੀਦਾ ਕਰ ਲਿਆ ਮੈਂ। ਹੁਣ ਇਹ ਰੱਬ ਨੇ ਸੋਹਣੀ ਬਣਾ ਦਿੱਤੀ ਆ, ਇਹ ਵਧੀਆ ਬਣ ਗਈ। ਇਹਦੇ ਤੇ ਮੈਂ ਕਸੀਦਾ ਕੱਢ ਲਿਆ, ਕਸੀਦਾ ਜਾਨੀ ਇਹਦੇ ਤੇ ਮੈਂ ਹੁਣ ਕਢਾਈ ਕਰ ਲਈ ਆ। ਤੇ ਕਢਾਈ ਕਾਹਦੀ ਕੀਤੀ ਆ? ਪਰਮੇਸ਼ਰ ਦੇ ਗੁਣਾਂ ਦੀ, ਪਰਮੇਸ਼ਰ ਦੀ ਸਿਫਤ ਸਲਾਹ ਦੀ ਕਢਾਈ ਕਰ ਲਈ। ਮੇਰੀ ਇਹ ਚੋਲੀ ਹੁਣ ਸੋਹਣੀ ਹੋ ਗਈ, ਮੇਰੀ ਇਹ ਚੋਲੀ ਵਧੀਆ ਹੋ ਗਈ। ਮਹਾਰਾਜ ਕਰੇ ਸਾਨੂੰ ਇਹ ਕਸੀਦਾ ਕੱਢਣਾ ਆਵੇ। ਇਹ ਮਹੀਨ ਬਰੀਕ ਕਢਾਈ, ਔਖੀ ਕਢਾਈ ਸਾਨੂੰ ਕੱਢਣੀ ਆਵੇ, ਸਾਰਿਆਂ ਨੂੰ ਕੱਢਣੀ ਆਵੇ। ਠੀਕ ਹੈ, ਸਮੇਂ ਦੇ ਲਿਹਾਜ਼ ਨਾਲ ਉਹ ਸੂਈਆਂ, ਉਹ ਕਰੋਸ਼ੀਏ, ਉਹ ਸਾਰੀਆਂ ਗੱਲਾਂ ਸਾਡੇ ਕੋਲੋਂ ਛੁੱਟ ਗਈਆਂ, ਪਰ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਇਹ ਕਢਾਈ ਸਾਨੂੰ ਸਿੱਖਣੀ ਪੈਣੀ ਆ, ਔਰ ਇਹ ਕਢਾਈ ਸਾਨੂੰ ਸਾਰਿਆਂ ਨੂੰ ਹੀ ਕਰਨੀ ਆਉਣੀ ਚਾਹੀਦੀ ਆ। ਗੁਰੂ ਸਿਖਾਉਂਦਾ ਆ, ਸਾਨੂੰ ਸਿੱਖ ਲੈਣੀ ਚਾਹੀਦੀ ਆ। ਸਾਨੂੰ ਪਤਾ ਹੋਵੇ ਇਸ ਕਢਾਈ ਤੋਂ ਬਿਨਾਂ ਅਸੀਂ ਸੋਹਣੇ ਨਹੀਂ ਬਣ ਸਕਦੇ। ਕਢਾਈ ਸਾਨੂੰ ਸਿੱਖ ਲੈਣੀ ਚਾਹੀਦੀ ਆ, ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਹਰ ਚੋਲੀ ਦੇ ਸਵਾਰੀ, ਕੱਢ ਪੈਦੀ ਭਗਤ ਕਰ। ਹਰ ਪਾਟ ਲੱਗਾ ਅਧਿਕਾਈ, ਬਹੁ ਬਹੁ ਬਿਦ ਭਾਂਤ ਕਰ। ਹਾਂਜੀ। ਸ਼ਲੋਕ ਮਹਿਲਾ ਤੀਜਾ। ਹਰਿ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਉ ਕਰੇ, ਆਪਣਾ ਆਪ ਪਛਾਣੈ। ਗੁਰ ਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਮਹਿਲਾ ਤੀਜਾ। ਗੁਰਮੁਖ ਚਿਤ ਨ ਲਾਇਓ, ਅੰਤ ਦੁਖ ਪਹੁਤਾ ਆਏ। ਅੰਦਰੋਂ ਬਾਹਰੋਂ ਅੰਧਿਆਂ, ਸੁਧ ਨ ਕਾਈ ਪਾਏ। ਵਾਹ। ਪੰਡਤ ਤਿਨ ਕੀ ਬਰਕਤੀ, ਸਭ ਜਗਤ ਖਾਏ। ਜੋ ਰਤੇ ਹਰ ਨਾਏ, ਜਿਨ ਗੁਰ ਕੈ ਸ਼ਬਦ ਸਲਾਹਿਆ। ਹਰ ਸਿਉ ਰਹੇ ਸਮਾਏ। ਪੰਡਤ ਦੂਜੈ ਭਾਏ, ਬਰਕਤ ਨਾ ਹੋ ਗਈ। ਨਾ ਧਨ ਪੱਲੇ ਪਾਏ। ਪੜ ਥਕੇ ਸੰਤੋਖ ਨਾ ਆਇਓ, ਅਨ ਦਿਨ ਜਗਤ ਵਿਹਾਏ। ਭੂਖ ਪੁਕਾਰ ਨਾ ਚੁਕਈ, ਨਾ ਸੰਸਾਰ ਵਿੱਚੋਂ ਜਾਏ। ਨਾਨਕ ਨਾਮ ਵਿਹੂਣਿਆ, ਮੋਹ ਕਾਲੈ ਉੱਠ ਜਾਏ। ਪੌੜੀ। ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਈ। ਜੋ ਹਰ ਦਸੇ ਮਿਤ, ਤਿਸ ਹਉ ਬਲ ਜਾਈ। ਗੁਣ ਸਾਂਝੀ ਤਿਨ ਸਿਉ ਕਰੀ, ਹਰ ਨਾਮ ਧਿਆਈ। ਹਰ ਸੇਵੀ ਪਿਆਰਾ ਨਿਤ, ਸੇਵ ਹਰ ਸੁਖ ਪਾਈ। ਬਲਿਹਾਰੀ ਸਤਿਗੁਰ ਤਿਸ, ਜਿਨ ਸੋਝੀ ਪਾਈ। ਹਾਂਜੀ। ਸ਼ਲੋਕ ਮਹਿਲਾ ਤੀਜਾ। ਪੰਡਿਤ ਮੈਲ ਨਾ ਚੁਕਈ, ਜੇ ਵੇਦ ਪੜੈ ਜੁਗ ਚਾਰ। ਤ੍ਰੈ ਗੁਣ ਮਾਇਆ ਮੂਲ ਹੈ, ਵਿਚੋਂ ਮੈਂ ਨਾਮ ਵਿਸਾਰ। ਪੰਡਿਤ ਭੁਲੇ ਦੂਜੇ ਲਾਗੇ, ਮਾਇਆ ਕੈ ਵਾਪਾਰ। ਅੰਤਰ ਤ੍ਰਿਸ਼ਨਾ ਭੁੱਖ ਹੈ, ਮੂਰਖ ਭੁੱਖਿਆ ਹੋਏ ਗਵਾਰ। ਸਤਿਗੁਰ ਸੇਵਿਐ ਸੁਖ ਪਾਇਆ, ਸੱਚੇ ਸ਼ਬਦ ਵਿਚਾਰ। ਅੰਦਰੋਂ ਤ੍ਰਿਸ਼ਨਾ ਭੁੱਖ ਗਈ, ਸੱਚੇ ਨਾਏ ਪਿਆਰ। ਨਾਨਕ ਨਾਮ ਰਤੇ ਸਹਿਜੇ ਰਜੇ, ਜਿਨਾ ਹਰ ਰਾਖਿਆ ਉਰ ਧਾਰ। ਪਹਿਲਾ ਤੀਜਾ। ਜਿਨਾ ਹਰ ਰਖਿਆ ਉਰ ਧਾਰ। ਪਹਿਲਾ ਤੀਜਾ। ਮਨ ਮੁਖ ਹਰ ਨਾਮ ਨਾ ਸੇਵਿਆ, ਦੁਖ ਲੱਗਾ ਮੋਤਾਏ। ਅੰਤਰ ਅਗਿਆਨ ਅਧੀਰ ਹੈ, ਸੁਧ ਨਾ ਕਾਈ ਪਾਏ। ਮਨ ਹਠ ਸਹਿਜ ਨਾ ਬੀਜਿਓ, ਭੁੱਖਾ ਕੇ ਅੱਗੇ ਖਾਏ। ਨਾਮ ਨਿਧਾਨ ਵਿਸਾਰਿਆ, ਦੂਜੇ ਲੱਗਾ ਜਾਏ।
ਨਾਨਕ ਗੁਰਮੁਖ ਮਿਲੈ ਵਡਿਆਈਆਂ, ਜੇ ਆਪੇ ਮੇਲ ਮਿਲਾਏ। ਪੌੜੀ। ਹਰ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ, ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਨੀ। ਜੋ ਗੁਰਮੁਖ ਚਖੈ ਸਾਧ ਸਾ ਤ੍ਰਿਪਤਾਵਣੀ, ਗੁਣ ਗਾਵੈ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ। ਜਿਸ ਹੋਵੈ ਆਪ ਦਇਆਲ ਸਾ ਸਤਿਗੁਰੂ ਗੁਰੂ ਬੁਲਾਵਣੀ। ਸ਼ਲੋਕ ਮਹਿਲਾ ਤੀਜਾ। ਹਸਤੀ ਸਿਰ ਜਿਉ ਅੰਕੁਸ਼ ਹੈ, ਅਹਰਣ ਜਿਉ ਸਿਰ ਦੇ। ਮਨ ਤਨ ਆਗੇ ਰੱਖ ਕੇ ਗੁਰੂ ਵੀ ਸੇਵ ਕਰੇ। ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸਿਸ਼ਟ ਕਾ ਲੇ। ਨਾਨਕ ਗੁਰਮੁਖ ਪੁਜੀਐ, ਜਾਂ ਆਪੇ ਨਦਰ ਕਰੇ। ਮਹਿਲਾ ਤੀਜਾ। ਜਿਨ ਗੁਰਮੁਖ ਨਾਮ ਤੇ ਆਇਆ, ਆਏ ਤੇ ਪ੍ਰਵਾਨ। ਨਾਨਕ ਕੁਲ ਉਧਾਰ ਹੈ ਆਪਣਾ, ਦਰਗਾਹ ਪਾਵੈ ਮਾਨ। ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਰ ਲਾਈਆਂ। ਜਿਨ੍ਹਾਂ ਗੁਰ ਪਿਆਰਾ ਮਨ ਚਿਤ, ਤਿਨਾਂ ਭਾਉ ਗੁਰੂ ਦੇਵਾਈਆ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆਂ। ਸ਼ਲੋਕ ਮਹਿਲਾ ਤੀਜਾ। ਨਾਨਕ ਨਾਮ ਨਾ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਜਮਦਰ ਬੱਦੇ ਮਾਰੀਐ, ਫਿਰ ਵਿਸਤਾ ਮਾਹੇ ਪਚਾਏ। ਮਹਿਲਾ ਤੀਜਾ। ਨਾਨਕ ਸਤਿਗੁਰ ਸੇਵੈ ਆਪਣਾ, ਸੇ ਜਨ ਸੱਚੇ ਪਰਵਾਨ। ਹਰ ਕੈ ਨਾਏ ਸਮਾਏ ਰਹੇ, ਚੁਕਾ ਆਵਣ ਜਾਨ। ਪੌੜੀ। ਧਨ ਸੰਪੈ ਮਾਇਆ ਸੰਚੀਐ, ਅੰਤੇ ਦੁਖਦਾਈ। ਘਰ ਮੰਦਰ ਮਹਿਲ ਸਵਾਰੀਐ ਹੈ, ਕਿਛ ਸਾਥ ਨਾ ਜਾਈ। ਹਰ ਰੰਗੀ ਤੁਰੇ ਨਿਤ ਪਾਲੀਐ, ਕਿਤੈ ਕਾਮ ਨਾ ਆਈ। ਜਨ ਲਾਵੋ ਚਿਤ ਹਰ ਨਾਮ ਸਿਓ, ਅੰਤ ਹੋਏ ਸਖਾਈ। ਜਨ ਨਾਨਕ ਨਾਮ ਤੇ ਆਇਆ, ਗੁਰਮੁਖ ਸੁਖ ਪਾਈ। ਸ਼ਲੋਕ ਮਹਿਲਾ ਤੀਜਾ। ਬਿਨ ਕਰਮੈ ਨਾਉ ਨਾ ਪਾਈਐ, ਪੂਰੇ ਕਰਮ ਪਾਇਆ ਜਾਏ। ਨਾਨਕ ਨਦਰ ਕਰੇ ਜੇ ਆਪਣੀ, ਤਾਂ ਗੁਰਮਤਿ ਮੇਲ ਮਿਲਾਏ। ਮਹਿਲਾ ਪਹਿਲਾ। ਇੱਕ ਦਜੈ ਇੱਕ ਦਬੀਐ, ਇੱਕ ਨਾ ਕੁੱਤੇ ਖਾਏ। ਇੱਕ ਪਾਣੀ ਵਿੱਚ ਉਸਟੀਐ, ਇੱਕ ਭੀ ਫਿਰ ਹਸਨ ਪਾਹੇ। ਨਾਨਕ ਏਵ ਨਾ ਜਾਪਈ, ਕਿਥੈ ਜਾਏ ਸਮਾਏ। ਪੌੜੀ। ਹਾਂਜੀ, ਇਹ ਸ਼ਲੋਕ ਆਪਾਂ ਜਿਸ ਦਿਨ ਆਸਾ ਕੀ ਵਾਰ ਦਾ ਪਾਠ ਕਰ ਰਹੇ ਸੀ, ਉਸ ਦਿਨ ਵੀ ਆਪਾਂ ਸਾਂਝਾ ਕੀਤਾ ਸੀਗਾ। ਅੱਜ ਪਾਠ ਸਾਡੇ ਸਾਹਮਣੇ ਹੈ, ਔਰ ਅੱਜ ਦੇ ਇਸ ਪਾਠ ਦੇ ਦੌਰਾਨ ਆਪਾਂ ਫਿਰ ਦੁਬਾਰਾ ਇਸ ਨੂੰ ਦੇਖ ਰਹੇ ਹਾਂ, ਪੜ੍ਹ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਲੋਕ ਹੈ, ਮਹਿਲਾ ਪਹਿਲਾ ਦਾ ਸ਼ਲੋਕ ਹੈ। ਇੱਕ ਦੱਜੈ ਇੱਕ ਦੱਬੀਐ। ਦੱਜੈ ਸਾੜੇ ਜਾਂਦੇ ਆ, ਦੱਬੀਐ ਦੱਬੇ ਜਾਂਦੇ ਮਿੱਟੀ ਵਿੱਚ।
ਇੱਕ ਨਾ ਕੁੱਤੇ ਖਾਹੇ, ਇੱਕ ਉਹ ਆ ਜਿਨ੍ਹਾਂ ਨੂੰ ਖੁੱਲੇ ਥਾਂ ਦੇ ਉੱਤੇ ਰੱਖ ਦਿੱਤਾ ਜਾਂਦਾ, ਕੁੱਤੇ ਇਤਿਆਦਿਕ ਖਾ ਜਾਂਦੇ ਆ। ਇੱਕ ਪਾਣੀ ਵਿੱਚ ਉਸੱਟੀਐ, ਇੱਕ ਭੀ ਫਿਰ ਹੱਸਣ ਪਾਹੇ। ਇੱਕ ਉਹ ਆ ਜਿਹੜੇ ਪਾਣੀ 'ਚ ਰੋੜ ਦਿੱਤੇ ਜਾਂਦੇ ਆ, ਇੱਕ ਭੀ ਫਿਰ ਹੱਸਣ ਪਾਹੇ। ਹੱਸਣ ਪਾਹੇ ਦਾ ਅਰਥ ਹੈ ਉਹ ਸੁੱਕੇ ਖੂਹ ਦੇ ਉੱਤੇ ਲਾਸ਼ ਨੂੰ ਰੱਖ ਆਉਂਦੇ ਆ, ਜਿਵੇਂ ਪਾਰਸੀ ਲੋਕ ਆ, ਉਹ ਖੂਹ ਦੇ ਉੱਤੇ ਸੁੱਕੇ ਦੇ ਉੱਤੇ ਰੱਖ ਕੇ, ਤਾਂ ਉਹਨਾਂ ਨੇ ਪ੍ਰਬੰਧ ਇਦਾਂ ਦਾ ਕੀਤਾ ਹੋਇਆ, ਉਹ ਉੱਚੇ ਖੂਹ ਉਸਾਰ ਲੈਂਦੇ ਆ, ਤਾਂ ਉੱਪਰ ਉਹਦੇ ਜੰਗਲਾ ਲੱਗਾ ਹੋਇਆ, ਲਾਸ਼ ਨੂੰ ਉਹਦੇ ਉੱਤੇ ਰੱਖ ਦਿੰਦੇ ਆ, ਉਹ ਆਪੇ ਗਲ ਸੜ ਕੇ ਹੇਠਾਂ ਖੂਹ ਦੇ ਵਿੱਚ ਗਿਰ ਜਾਂਦੀ ਆ। ਉਹ ਨਾ ਸੰਸਕਾਰ ਕਰਦੇ ਆ, ਨਾ ਉਹ ਦੱਬਦੇ ਆ, ਨਾ ਉਹਨੂੰ ਰੋੜਦੇ ਆ, ਉਹ ਇਦਾਂ ਖੁੱਲੇ ਥਾਂ ਖੂਹ ਦੇ ਉੱਤੇ ਰੱਖ ਲੈਂਦੇ ਆ। ਅਖੀਰ ਤੇ ਮਹਾਰਾਜ ਕਹਿੰਦੇ, ਨਾਨਕ ਏਮ ਨਾ ਜਾਪਈ। ਹੇ ਨਾਨਕ, ਇਹ ਸਾਰੀਆਂ ਆਪੋ ਆਪਣੀਆਂ ਧਾਰਮਿਕ ਕਿਰਿਆ ਨਿਭਾ ਕੇ ਕੋਈ ਬੰਦਾ ਇਹ ਦਾਵਾ ਜਾਂ ਇਹ ਮੰਨ ਨਹੀਂ ਸਕਦਾ, ਇਹ ਕਹਿ ਨਹੀਂ ਸਕਦਾ ਕਿ ਸਾਡਾ ਇਹ ਪ੍ਰਾਣੀ ਇਸ ਕਿਰਿਆ ਤੋਂ ਬਾਅਦ ਇਸ ਥਾਂ ਤੇ ਚਲਾ ਗਿਆ। ਕੋਈ ਨਹੀਂ ਦਾਵਾ ਬਣ ਸਕਦਾ। ਨਾਨਕ ਏਮ ਨਾ ਜਾਪਈ, ਕਿੱਥੇ ਜਾਏ ਸਮਾਹੇ। ਅਖੀਰ ਤੇ ਜਿਹੜੇ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਆ, ਉਹ ਕਹਿੰਦੇ ਨੇ, ਪਰ ਹੇ ਨਾਨਕ, ਸਰੀਰ ਦੇ ਇਸ ਸਾੜਨ ਦੱਬਣ ਆਦਿਕ ਨਾਲ ਇਹ ਪਤਾ ਨਹੀਂ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵਸਦੀਆਂ, ਕੌਣ ਕਿੱਥੇ ਪਹੁੰਚ ਗਿਆ, ਇਹ ਕੁਛ ਨਹੀਂ ਪਤਾ ਲੱਗਦਾ। ਸਰੀਰ ਨੂੰ ਸੰਭਾਲਣ ਲਈ, ਸਰੀਰ ਦੀ ਅਖੀਰ ਵੇਲੇ ਸੰਭਾਲ ਲਈ, ਜਦੋਂ ਵੀ ਕਦੀ ਇਸ ਮਨੁੱਖਤਾ ਦੇ ਸਿਆਣਿਆਂ ਨੇ ਇਹ ਫੈਸਲਾ ਲਿਆ ਹੋਏਗਾ ਕਿ ਸਾਡੇ ਵਿੱਚੋਂ ਵਿਛੜੇ ਪ੍ਰਾਣੀ ਦੀ ਇਸ ਦੇਹ ਨੂੰ, ਇਸ ਸਰੀਰ ਨੂੰ ਸੰਭਾਲਿਆ ਜਾਏ, ਇਹਨੂੰ ਸੁੱਟਿਆ ਨਾ ਜਾਏ, ਕਿਉਂਕਿ ਸੁੱਟਣ ਨਾਲ ਭਾਵੇਂ ਮਰਨ ਵਾਲੇ ਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ, ਸੁੱਟ ਦਿੱਤਾ ਜਾਂ ਉਹਨੂੰ ਰੱਖ ਲਿਆ ਜਾਂ ਕੀ ਕੀਤਾ, ਮਰਨ ਵਾਲੇ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਜੇ ਮਿਰਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਵਨ ਫਲ ਪਾਵੇ। ਜੇ ਮਿਰਤਕ ਕੋ ਬਿਸ਼ਟਾ ਮਾਹੇ ਰੁਲਾਈ, ਤਾਂ ਮਿਰਤਕ ਕਾ ਕਿਆ ਘਟ ਜਾਈ। ਮਰਨ ਵਾਲੇ ਨੂੰ ਤਾਂ ਕੋਈ ਫਰਕ ਨਹੀਂ ਪੈ ਰਿਹਾ। ਪਹਿਲੀ ਗੱਲ, ਦੇਹ ਦੀ ਬੇਕਦਰੀ। ਨੰਬਰ 2, ਜਦੋਂ ਸਰੀਰ ਸਾਡੇ ਆਲੇ ਦੁਆਲੇ ਕਿਤੇ ਨਾ ਕਿਤੇ ਕਿਸੇ ਥਾਂ ਤੇ ਪਿਆ ਹੋਏਗਾ, ਉਹ ਗੰਦਗੀ ਬਦਬੂ ਸਾਡੇ ਘਰਾਂ ਤੱਕ ਆਏਗੀ। ਯਾਨੀ ਕਿ ਅਸੀਂ ਆਪਣਾ ਆਲਾ ਦੁਆਲਾ ਸਾਫ਼ ਰੱਖਣ ਲਈ ਸਾਰਿਆਂ ਨੇ ਹੀ ਤੌਰ ਤਰੀਕਾ ਬਣਾਇਆ। ਜਿਹੜੀਆਂ ਥਾਵਾਂ ਦੇ ਉੱਤੇ ਲੱਕੜ ਦੀ ਘਾਟ ਸੀਗੀ, ਉਹਨਾਂ ਨੇ ਆਪਣਾ ਤੌਰ ਤਰੀਕਾ ਬਣਾ ਲਿਆ। ਉਹਨਾਂ ਨੇ ਲੱਭ ਲਿਆ ਕਿ ਅਸੀਂ ਇਹਨੂੰ ਦੱਬਿਆ ਕਰਾਂਗੇ। ਜਿਵੇਂ ਇਸਲਾਮ ਦੇ ਅੰਦਰ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਰੇਤਾ ਸੀ, ਬਹੁਤਾ ਕੁਝ ਇਦਾਂ ਦਾ ਨਹੀਂ ਸੀ, ਔਰ ਉਹਨਾਂ ਨੇ ਦੱਬਣ ਵਾਲੀ ਕਿਰਿਆ ਨੂੰ ਵੀ ਅਪਣਾਇਆ। ਪਰ ਬਾਅਦ ਵਿੱਚ ਧਾਰਮਿਕ ਰੰਗਤ ਦੇ ਕੇ ਉਹਨੂੰ ਉਸ ਤਰੀਕੇ ਨਾਲ ਬਣਾ ਦਿੱਤਾ ਗਿਆ। ਜਿੱਥੇ ਜਿਹਨੂੰ ਜਿਸ ਤਰ੍ਹਾਂ ਠੀਕ ਲੱਗਦਾ ਸੀ, ਉਹਨਾਂ ਨੇ ਉਸ ਤਰੀਕੇ ਨਾਲ ਆਪੋ ਆਪਣਾ ਸਿਲਸਿਲਾ ਚਲਾ ਲਿਆ। ਸਰੀਰ ਸੰਭਾਲਣਾ ਹੈ, ਸਰੀਰ ਸੰਭਾਲਿਆ ਜਾਏ। ਬਾਅਦ ਵਿੱਚ ਸਹਿਜੇ ਸਹਿਜੇ ਉਹ ਪਰੰਪਰਾਵਾਂ ਧਰਮ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਨੇ ਤੇ ਫਿਰ ਪੱਕੀਆਂ ਹੋ ਜਾਂਦੀਆਂ ਨੇ। ਜਦੋਂ ਪੱਕੀਆਂ ਹੋ ਜਾਂਦੀਆਂ ਨੇ, ਫਿਰ ਅਸੀਂ ਸੋਚਦੇ ਹਾਂ ਵੀ ਜੇ ਇਹ ਇਦਾਂ ਨਾ ਹੋਇਆ, ਐ ਹੋ ਗਿਆ, ਆ ਹੋ ਗਿਆ, ਫਿਰ ਇਹ ਤਾਂ ਪਤਾ ਨਹੀਂ ਕਿਹੜੇ ਪਾਸੇ ਕਿਤੇ ਹੋਰ ਹੀ ਨਾ ਰਾਹ ਚਲੇ ਜਾਂਦਾ ਹੋਵੇ। ਜਦ ਕਿ ਸਿਰਫ ਸਰੀਰ ਨੂੰ ਸੰਭਾਲਣ ਦਾ ਤਰੀਕਾ ਆ। ਹੁਣ ਜਿਵੇਂ ਪਾਣੀ ਵਿੱਚ ਰੋੜਨ ਦਾ ਇੱਕ ਤਰੀਕਾ ਸੀਗਾ, ਪੰਜਾਬ ਵਿੱਚ ਵੀ ਰਿਹਾ। ਕੁਝ ਬਾਬਿਆਂ ਨੇ ਵੀ ਆਪਣੀ ਮਰਜ਼ਾਦਾ ਇਦਾਂ ਦੀ ਬਣਾਈ, ਡੇਰੇਦਾਰਾਂ ਨੇ। ਉਹ ਵੀ ਅਖੀਰ ਵੇਲੇ ਉਹਨਾਂ ਨੇ ਕਹਿ ਦਿੱਤਾ ਕਿ ਜੇ ਮੇਰਾ ਸਰੀਰ ਜਿਹੜਾ ਆ ਉਹ ਅਖੀਰ ਵੇਲੇ ਸਾੜਿਆ ਦੱਬਿਆ ਨਾ ਜਾਏ, ਇਹਨੂੰ ਪਾਣੀ ਵਿੱਚ ਰੋੜਿਆ ਜਾਏ। ਪਰ ਇਸ ਵੇਲੇ ਹਾਲਾਤ ਹੁਣ ਇਦਾਂ ਦੇ ਬਣੇ ਆ ਕਿ ਪੰਜਾਬ ਦਾ ਪਾਣੀ ਵੀ ਜਿਵੇਂ ਘਟਿਆ, ਦਰਿਆ ਜਿਹੜੇ ਆ ਉਹ ਘਟ ਗਏ ਜਾਂ ਉਹਨਾਂ ਨੂੰ ਜ਼ਿਆਦਾ ਤਰੀਕੇ ਨਾਲ ਵਰਤਿਆ ਜਾਣ ਲੱਗ ਗਿਆ ਪਾਣੀ। ਤਾਂ ਉਸ ਥੋੜੇ ਪਾਣੀ ਵਿੱਚ ਜਿਹੜਾ ਉਹ ਪਾਣੀ ਪਸ਼ੂਆਂ ਨੇ ਵੀ ਪੀਣਾ ਤੇ ਲੋਕਾਂ ਦੇ ਪੀਣ ਦੇ ਵੀ ਕੰਮ ਆ ਰਿਹਾ, ਵਰਤੋਂ ਦੇ ਕੰਮ ਆ ਰਿਹਾ। ਜੇ ਉਹਦੇ ਵਿੱਚ ਇਸ ਤਰ੍ਹਾਂ ਧੜਾ ਧੜ ਲਾਸ਼ਾਂ ਰੋੜੀਆਂ ਜਾਣ ਤਾਂ ਪਾਣੀ ਗੰਦਲਾ ਹੋਏਗਾ। ਬੜਾ ਕੁਝ ਸਾਡੇ ਸਮਾਜ ਦੇ ਲੋਕ ਜਿਹੜੇ ਸਿਆਣੇ ਆ, ਉਹ ਚੰਗੇ ਤਰੀਕੇ ਨਾਲ ਸੋਚ ਰਹੇ ਆ ਕਿ ਪਾਣੀ ਨੂੰ ਗੰਦਲੇ ਹੋਣ ਤੋਂ, ਖਰਾਬ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ, ਕਿਵੇਂ ਇਹਦੀ ਸੰਭਾਲ ਕੀਤੀ ਜਾ ਸਕਦੀ ਆ। ਤਾਂ ਹੁਣ ਜੇ ਪਾਣੀ 'ਚ ਰੋੜਨ ਵਾਲੀ ਮਰਜ਼ਾਦਾ ਆ, ਅੱਜ ਇਸ ਵੇਲੇ ਸਾਨੂੰ ਸੋਚਣਾ ਪਊਗਾ ਨਾ, ਜਦੋਂ ਪਾਣੀ ਘਟ ਰਿਹਾ, ਪਾਣੀ ਨੂੰ ਗੰਦਲਾ ਹੋਣ ਤੋਂ ਕਿਵੇਂ ਬਚਾਇਆ ਜਾਏ। ਜਿਵੇਂ ਮੰਨ ਲਓ ਕਿ ਇੱਧਰ ਪਿੱਛੇ ਵੀ ਹੈ ਰੋਪੜ ਵਾਲੀ ਸਾਈਡ ਨੂੰ, ਲੇਕਿਨ ਸਾਡੇ ਇਸ ਪਾਸੇ ਜਿਵੇਂ ਤਰਨਤਾਰਨ ਜ਼ਿਲ੍ਹੇ ਦੇ ਅੰਦਰ ਹਰੀਕੇ ਤੋਂ
ਦੋ ਨਹਿਰਾਂ ਰਾਜਸਥਾਨ ਵਾਲੇ ਪਾਸੇ ਨੂੰ ਨਿਕਲਦੀਆਂ ਪਾਣੀ ਦੀਆਂ। ਹੁਣ ਉਹ ਦਰਿਆ ਦੋ ਇਕੱਠੇ ਹੋ ਜਾਂਦੇ ਆ, ਦੋ ਦਰਿਆ ਇਕੱਠੇ ਹੋਏ ਸਤਲੁਜ ਤੇ ਬਿਆਸ ਵਿੱਚੋਂ ਪਾਣੀ ਉੱਥੋਂ ਰੋਕ ਕੇ ਉਹ ਸਿੱਧਾ ਨਹਿਰਾਂ ਦੇ ਵਿੱਚ ਪਾ ਕੇ ਰਾਜਸਥਾਨ ਵਾਲੇ ਪਾਸੇ ਨੂੰ ਲੈ ਕੇ ਗਏ। ਖੈਰ ਇੱਕ ਅਲੱਗ ਵਿਸ਼ਾ, ਪਰ ਮੈਂ ਬੇਨਤੀ ਕਰ ਰਿਹਾ ਕਿ ਉਹ ਜਿਹੜਾ ਪਾਣੀ ਰਾਜਸਥਾਨ ਵਾਲੇ ਪਾਸੇ ਨੂੰ ਲੈ ਕੇ ਗਏ, ਹੁਣ ਜੇ ਉਹਦੇ ਵਿੱਚ ਲਾਸ਼ਾਂ ਸੁੱਟੀਆਂ ਜਾਣ ਜਾਂ ਪਾਣੀ ਨੂੰ ਗੰਧਲਾ ਕੀਤਾ ਜਾਏ, ਜਿਨ੍ਹਾਂ ਨੇ ਵਰਤਣਾ ਪੀਣਾ ਅਗਲੇ ਪਾਸੇ, ਆਖਰ ਉਹ ਵੀ ਤੇ ਬੰਦੇ ਆ ਨਾ, ਉਹਨਾਂ ਕੀ ਪਾਣੀ ਆ। ਤਾਂ ਪਾਣੀ ਨੂੰ ਗੰਧਲੇ ਹੋਣ ਤੋਂ ਬਚਾਉਣ ਲਈ ਜੇ ਮੰਨ ਲਓ ਪਾਣੀ 'ਚ ਰੋੜਨ ਵਾਲੀ ਮਨੁੱਖ ਦੀ ਮਰਜ਼ਾਦਾ, ਤੇ ਅੱਜ ਸਾਨੂੰ ਇਸ ਵੇਲੇ ਇਹਨਾਂ ਹਾਲਾਤਾਂ 'ਚ ਸੋਚਣਾ ਪਏਗਾ ਤੇ ਉਹਨੂੰ ਬਦਲਣਾ ਪਏਗਾ। ਇਵੇਂ ਹੀ ਬਾਕੀ ਥਾਵਾਂ ਦੇ ਉੱਤੇ ਵੀ ਸੋਚਿਆ ਜਾ ਸਕਦਾ। ਦੱਬਣ ਵਾਲੀ ਗੱਲ ਆ, ਸਾੜਨ ਵਾਲੀ ਗੱਲ ਆ। ਹੁਣ ਸਾੜਨ ਵਾਲੇ ਦੇ ਵਿੱਚ ਵੀ ਸੋਧ ਹੋ ਰਹੀ ਆ, ਉਹ ਕਹਿੰਦੇ ਵੀ ਲੱਕੜਾਂ ਦੀ ਥਾਂ ਤੇ ਤੁਸੀਂ ਇਲੈਕਟ੍ਰੋਨਿਕ ਸਿਲਸਿਲਾ ਜਿਹੜਾ ਹੈ ਉਹਨੂੰ ਅਪਣਾਓ, ਉਹ ਵੀ ਕਿਹਾ ਜਾ ਰਿਹਾ। ਤਾਂ ਕੁਝ ਥਾਵਾਂ ਦੇ ਉੱਤੇ ਸ਼ੁਰੂ ਵੀ ਹੋਇਆ, ਪਰ ਕੁਝ ਥਾਵਾਂ ਦੇ ਉੱਤੇ ਉਹ ਕਹਿੰਦੇ ਵੀ ਨਹੀਂ, ਇਹ ਕੰਮ ਸਾਡੇ ਫਿੱਟ ਨਹੀਂ ਹੈਗਾ। ਉਹ ਅਜੇ ਵੀ ਧਾਰਮਿਕ ਪਰੰਪਰਾ ਜਾਂ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਆ। ਉਹ ਕਹਿੰਦੇ ਵੀ ਨਹੀਂ, ਲੱਕੜਾਂ ਵਾਲਾ ਹੀ ਸਿਲਸਿਲਾ ਵਧੀਆ, ਵੀ ਚੰਦਨ ਦੀ ਲੱਕੜ ਨਾਲ ਸੰਸਕਾਰ ਹੋਵੇ ਤੇ ਖਰੇ ਕੀ ਹੋ ਜਾਣਾ। ਤਾਂ ਬਿਜਲੀ ਵਾਲਾ ਕੰਮ ਤਾਂ ਉਹ ਤਾਂ ਸੋਚੀ ਨੱਪਣਾ, ਉਹਦਾ ਤਾਂ ਉਹ ਰੌਲਾ ਹੀ ਕੋਈ ਨਹੀਂ ਰਹਿ ਗਿਆ। ਉਹ ਜਿਹੜੇ ਲੋਕ ਇਦਾਂ ਦੇ ਵਹਿਮ ਭਰਮ 'ਚ ਫਸੇ ਹੋਏ ਆ, ਸਤਿਗੁਰੂ ਨੇ ਕਿਹਾ ਤੁਸੀਂ ਫਸੇ ਹੋ ਤਾਂ ਸੋਚ ਰਹੇ ਹੋ ਇਦਾਂ ਕਿ ਇਵੇਂ ਹੋ ਜਾਏਗਾ, ਪਰ ਜੇ ਮੰਨ ਲਓ ਇਹ ਕਿਰਿਆ ਨਿਭਾ ਵੀ ਲਈਆਂ ਤਾਂ ਇਹਦੇ ਤੋਂ ਬਾਅਦ ਤੁਸੀਂ ਦਾਅਵਾ ਬੰਨਣ ਜੋਗੇ ਨਹੀਂ ਕਿ ਸਾਡਾ ਬੰਦਾ ਕਿੱਥੇ ਚਲਾ ਗਿਆ। ਇਹ ਤੁਹਾਡੀ ਇੱਕ ਮਰਜ਼ਾਦਾ, ਤੁਸੀਂ ਆਪਣੀ ਇੱਕ ਸੋਚ ਰੱਖੀ ਹੋਈ ਆ, ਪਰ ਕੋਈ ਵੀ ਬੰਦਾ ਕਿਸੇ ਨਾਲ ਇਵੇਂ ਦੀ ਕਿਰਿਆ ਨਿਭਾ ਕੇ ਦਾਅਵਾ ਨਹੀਂ ਬੰਨੇਗਾ ਕਿ ਇਹ ਉੱਥੇ ਚਲਾ ਗਿਆ, ਇੱਥੇ ਚਲੇ ਗਿਆ, ਉੱਥੇ ਚਲੇ ਗਿਆ। ਕੁਛ ਨਹੀਂ ਪਤਾ ਲੱਗਦਾ। ਨਾਨਕ ਏਮ ਨਾ ਜਾਪਈ, ਕਿੱਥੇ ਜਾਏ ਸਮਾਹੇ ਜੀ। ਪੌੜੀ ਜਿਨਕਾ ਖਾਦਾ ਮੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ ਜਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ। ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਤਿਨਕੇ ਤੁਰੇ ਜ਼ੀਨ ਖੁਰਗੀਰ ਸਭ ਪਵਿੱਤ ਹੈ। ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਂਦੇ, ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ। ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਨਕੇ ਪੁੱਤੈ ਪੁੰਨ ਹੈ। ਸੇ ਗੁਰਮੁਖ ਸਿੱਖ ਗੁਰੂ ਬਹਿ ਜਾਤੇ। ਸ਼ਲੋਕ ਮਹਿਲਾ ਤੀਜਾ। ਨਾਨਕ ਨਾਮੋ ਪੁੱਥਿਆ ਹਲਤ ਬਲਤ ਸਭ ਜਾਏ। ਜਪ ਤਪ ਸੰਜਮ ਸਭ ਹਿਰ ਲਿਆ, ਮੁਠੀ ਦੂਜੈ ਭਾਏ। ਜੰਪਦਨ ਬੰਦੇ ਮਾਰੀਐ ਬਹੁਤੀ ਮਿਲੈ ਸਜਾਏ। ਮਹਿਲਾ ਤੀਜਾ। ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਅੱਗੇ ਪਿੱਛੇ ਸੁਖ ਨਹੀਂ, ਮਰ ਜਮੈ ਵਾਰੋ ਵਾਰ। ਤ੍ਰਿਸ਼ਨਾ ਕਦੇ ਨਾ ਬੁਝਈ, ਦੁਬਿਧਾ ਹੋਏ ਖੁਆਰ। ਮੋਹ ਗਾਲੇ ਤਿਨਾ ਨਿੰਦਕਾਂ, ਨਿਤ ਸੱਚੈ ਦਰਬਾਰ। ਵਾਹ ਵਾਹ। ਨਾਨਕ ਨਾਮ ਵਿਹੁਣਿਆ, ਨਾ ਉਰਵਾਰ ਨਾ ਪਾਰ। ਹੋਲੀ ਜੋ ਹਰ ਨਾਮ ਧਿਆਏ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ। ਜਿਨਾ ਮਨ ਚਿਤ ਇੱਕ ਆਰਾਧਿਆ, ਤਿਨਾ ਇਕਸ ਬਿਨ ਦੂਜਾ ਕੋ ਨਾਹੀ। ਸਹੀ ਪੁਰਖ ਹਰ ਸੇਵਦੇ, ਜਿਨ ਧੁਰ ਮਸਤਕ ਲੇਖ ਲਿਖਾਹੀ। ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੈ ਹਰ ਨਾਮ ਸਮਾਹੀ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਸ਼ਬਦ ਮਰੈ ਫਿਰ ਨਾ ਮਰੈ, ਤਾ ਸੇਵਾ ਪਵੈ ਸਭ ਥਾਇ। ਪਾਰਸ ਪਰਸੇ ਪਾਰਸ ਹੋਵੈ, ਸੱਚ ਰਹੈ ਲਿਵ ਲਾਏ।
ਜਿਸ ਪੁਰਬ ਹੋਵੈ ਲਿਖਿਆ, ਇਸ ਸਤਿਗੁਰ ਮਿਲੈ ਪ੍ਰਭ ਆਏ। ਨਾਨਕ ਗਣਤੈ ਸੇਵਕ ਨਾ ਮਿਲੈ, ਜਿਸ ਬਖਸ਼ੇ ਸੋ ਪਵੈ ਥਾਏ। ਮਹਿਲਾ ਤੀਜਾ। ਮਹਿਲ ਕੁਮਹਿਲ ਨਾਸ ਜਾਣਨੀ, ਮੂਰਖ ਆਪਣੇ ਸਵਾਏ। ਸ਼ਬਦ ਚੀਨਹਿ ਤਾਂ ਮਹਿਲ ਲਹੈ, ਜੋਤੀ ਜੋਤ ਸਮਾਏ। ਸਦਾ ਸੱਚੇ ਕਾ ਭਉ ਮਨ ਵਸੈ, ਤਾਂ ਸਭਾ ਸੋਝੀ ਪਾਏ। ਸਤਿਗੁਰ ਆਪਣੇ ਘਰ ਵਟਦਾ, ਆਪੇ ਲਏ ਮਿਲਾਏ। ਨਾਨਕ ਸਤਿਗੁਰ ਮਿਲੇ ਸਭ ਪੂਰੀ ਪਈ, ਜਿਸਨੂੰ ਕਿਰਪਾ ਕਰੇ ਰਜ਼ਾਏ। ਪੌੜੀ। ਧਨ ਧਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮ ਹਰ ਮੁਖ ਕਹਤਿਆ। ਧਨ ਧਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਸ਼ਰਵਣੀ ਸੁਣਦਿਆ। ਬਿੰਦੀ ਰਹਿਤ ਕਰੀਏ ਜੀ ਨਾ। ਜੋ ਹਰ ਨਾਮਾ ਹਰ ਮੁਖ ਕਹਿਤਿਆ। ਪੌੜੀ। ਧਨ ਧਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮ ਹਰ ਮੁਖ ਕਹਿਤਿਆ। ਧਨ ਧਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਸ਼ਰਵਣੀ ਸੁਣਦਿਆ। ਧਨ ਧਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਦਿਆ। ਧਨ ਧਨ ਭਾਗ ਤਿਨਾ ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਣਦਿਆ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਦਿਆ। ਸ਼ਲੋਕ ਪਹਿਲਾ ਤੀਜਾ। ਹਾਂਜੀ, ਅਸੀਂ ਇਹ 18 ਨੰਬਰ ਪੌੜੀ ਜਿਹੜੀ ਪੜ ਰਹੇ ਹਾਂ, ਇਹਦੇ 'ਚ ਅਸੀਂ ਵੇਖ ਰਹੇ ਹਾਂ ਕਿ ਸਭ ਤੋਂ ਪਹਿਲਾਂ ਸ਼ੁਰੂਆਤ 'ਚ ਮਹਾਰਾਜ ਨੇ ਕਿਹਾ ਧੰਨ ਧੰਨ ਭਾਗ ਤਿੰਨਾ ਭਗਤ ਜਨਾ। ਦੂਜੀ ਲਾਈਨ 'ਚ ਕਿਹਾ ਧੰਨ ਧੰਨ ਭਾਗ ਤਿੰਨਾ ਸੰਤ ਜਨਾ। ਤੀਜੀ ਲਾਈਨ 'ਚ ਕਿਹਾ ਧੰਨ ਧੰਨ ਭਾਗ ਤਿੰਨਾ ਸਾਧ ਜਨਾ। ਚੌਥੀ ਲਾਈਨ 'ਚ ਕਿਹਾ ਧੰਨ ਧੰਨ ਭਾਗ ਤਿੰਨਾ ਗੁਰਮੁਖਾਂ। ਤੇ ਅਖੀਰ ਤੇ ਕਹਿ ਦਿੱਤਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਹੁਣ ਅਸੀਂ ਇਸ ਤਰੀਕੇ ਨਾਲ ਜਦੋਂ ਪੜ੍ਹਦੇ ਹਾਂ ਨਾ, ਤਾਂ ਸਾਨੂੰ ਇਦਾਂ ਲੱਗਦਾ ਹੈ ਵੀ ਜਿਵੇਂ ਭਗਤ ਕੋਈ ਹੋਰ ਚੀਜ਼ ਹੁੰਦੀ ਆ, ਸੰਤ ਜਨ ਕੁਝ ਹੋਰ ਚੀਜ਼ ਹੁੰਦੀ ਆ, ਸਾਧ ਜਨ ਕੋਈ ਹੋਰ ਹੋਏਗਾ, ਗੁਰਮੁਖ ਕੋਈ ਹੋਰ ਹੋਏਗਾ, ਤੇ ਸਿੱਖ ਕੋਈ ਹੋਰ ਹੁੰਦਾ। ਅਸੀਂ ਵੱਖਰਾ ਵੱਖਰਾ ਕਰਕੇ ਦੇਖ ਲੈਂਦੇ ਹਾਂ। ਅਸਲ 'ਚ ਸਿੱਖ ਭਗਤ ਵੀ ਆ, ਸਿੱਖ ਸਾਧ ਜਨ ਵੀ ਆ, ਸਿੱਖ ਸੰਤ ਜਨ ਵੀ ਆ, ਸਿੱਖ ਭਗਤ ਵੀ ਆ, ਤੇ ਸਿੱਖ ਗੁਰਮੁਖ ਵੀ ਆ। ਇਹ ਸਾਰੀਆਂ ਸਟੇਜਾਂ ਸਿੱਖ ਦੀਆਂ ਹੀ ਨੇ, ਸਿੱਖ ਦੇ ਹੀ ਨਾਂ ਨੇ, ਸਿੱਖ ਦਾ ਹੀ ਮਾਣ ਵਡਿਆਈ ਆ। ਕਿਉਂਕਿ ਜਿਹੜੇ ਜਦੋਂ ਤੁਸੀਂ ਦੇਖੋਗੇ ਧੰਨ ਧੰਨ ਕਿਹਾ, ਤੇ ਅਗਲੇ ਪਾਸੇ ਜਿਹੜੀਆਂ ਲਾਈਨਾਂ ਜਾਂ ਅਗਲੇ ਪਾਸੇ ਪਾਠ ਆ ਰਿਹਾ ਨਾ, ਵੇਖਿਓ ਧਿਆਨ ਨਾਲ, ਉਹ ਸਾਰਾ ਇੱਕ ਮਸਲਾ ਹੀ ਆ। ਜੋ ਹਰ ਨਾਮਾ ਹਰ ਮੁਖ ਕਹਿਤੇ ਆ, ਜੋ ਹਰ ਜਸ ਸ਼ਰਵਣੀ ਸੁਣਤੇ ਆ। ਮੁਖੋਂ ਕਿਹਾ, ਸੁਣਨਾ ਵੀ ਆ। ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ, ਜੋ ਗੁਰ ਸਿੱਖ ਲੈ ਮਨ ਜਿਣਤੇ ਆ, ਜੋ ਗੁਰ ਚਰਣੀ ਸਿੱਖ ਪੜਤੇ ਆ। ਤਾਂ ਜਦੋਂ ਅਸੀਂ ਇਹ ਚੀਜ਼ ਦੇਖ ਰਹੇ ਹਾਂ ਵੀ ਕੀਤਾ ਜਾਣ ਵਾਲਾ ਕੰਮ ਉਹ ਸਾਰਾ ਇੱਕ ਆ, ਤਾਂ ਫਿਰ ਇੱਧਰ ਵੀ ਇਹ ਭਗਤ ਹੁੰਦਾ ਆ, ਜਾਂ ਭਗਤ ਦਾ ਰੰਗ ਇਦਾਂ ਦਾ ਹੁੰਦਾ ਆ, ਜਾਂ ਭਗਤ ਦਾ ਲਿਬਾਸ ਇਦਾਂ ਦਾ ਹੁੰਦਾ ਆ, ਸਿੱਖ ਇਦਾਂ ਦਾ ਹੁੰਦਾ ਆ, ਜਾਂ ਇਹ ਕੋਈ ਵੱਖਰਾ ਵੱਖਰਾ ਮਸਲਾ ਨਹੀਂ ਹੈ। ਇੱਕ ਸਿੱਖ ਦੀ ਗੱਲ ਹੋ ਰਹੀ ਆ। ਕਦੀ ਉਹਨੂੰ ਭਗਤ ਕਹਿ ਰਹੇ ਨੇ, ਕਦੀ ਗੁਰਮੁਖ ਕਹਿ ਰਹੇ ਨੇ, ਕਦੀ ਸੰਤ ਜਨ ਕਹਿ ਰਹੇ ਨੇ, ਕਦੀ ਸਾਧ ਜਨ ਕਹਿ ਰਹੇ ਨੇ। ਤਾਂ ਇਹ ਸਿੱਖ ਦੀ ਹੀ ਵਡਿਆਈ ਜਿਹੜੀ ਆ, ਉਹ ਅਸੀਂ ਕੱਲ ਵੀ ਪੜ੍ਹਿਆ ਸੀ, ਧੰਨ ਧੰਨ ਸੋ ਗੁਰਸਿੱਖ ਕਹੀ ਹੈ, ਜੋ ਹਰ ਚਰਨੀ ਜਾਏ ਪਿਆ। ਤਾਂ ਕੱਲ ਵੀ ਅਸੀਂ ਪੜ੍ਹਿਆ ਸੀ, ਅੱਜ ਵੀ ਮਹਾਰਾਜ ਸੱਚੇ ਪਾਤਸ਼ਾਹ ਇਸੇ ਤਰੀਕੇ ਨਾਲ ਹੀ ਕਹਿ ਰਹੇ ਨੇ। ਹਾਂਜੀ। ਸ਼ਲੋਕ ਮਹਿਲਾ ਤੀਜਾ। ਸ਼ਲੋਕ ਮਹਿਲਾ ਤੀਜਾ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਨਵ ਲਿਧੀ 18 ਸਿੱਧੀ, ਪਿੱਛੇ ਲਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਬਿਨ ਸਤਿਗੁਰ ਨਾਉ ਨਾ ਪਾਈਐ,
ਬੁਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮਹਿਲਾ ਤੀਜਾ। ਕਿਆ ਗਬਰੂ ਕਿਆ ਬਿਰਧ ਹੈ, ਮਨ ਮੁਖ ਤ੍ਰਿਸ਼ਨਾ ਭੁਖ ਨਾ ਜਾਏ, ਗੁਰਮੁਖ ਸ਼ਬਦੇ ਰਤਿਆ, ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ, ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਜੋ ਨਾਮ ਰਹੇ ਨਿਵਦਾਨ। ਪੌੜੀ। ਓ ਬਲਿਹਾਰੀ ਤਿਨ ਕੋ, ਜੋ ਗੁਰਮੁਖ ਸਿਖਾ, ਜੋ ਹਰ ਨਾਮ ਧਿਆਏ ਦੇ, ਤਿਨ ਦਰਸ਼ਨ ਪਿਖਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ, ਹਰ ਨਾਮ ਸਲਾਹੀ ਰੰਗ ਸਿਓ, ਸਭ ਗਿਲ ਵਿਖ ਵਿਖਾ। ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ, ਜਿਥੈ ਮੇਰਾ ਗੁਰ ਧਰੇ ਵਿਖਾ। ਸ਼ਲੋਕ ਮਹਿਲਾ ਤੀਜਾ। ਗੁਰ ਬਿਨ ਗਿਆਨ ਨਾ ਹੋਵਈ, ਨਾ ਸੁਖ ਵਸੈ ਮਨ ਆਏ, ਨਾਨਕ ਨਾਮ ਵਿਹੋਣੇ ਮਨ ਮੁਖੀ, ਜਾਸਨ ਜਨਮ ਗਵਾਏ। ਮਹਿਲਾ ਤੀਜਾ। ਸਿੱਧ ਸਾਧਕ ਨਾਵੇਂ ਨੂੰ ਸਭ ਖੋਜਦੇ, ਥੱਕ ਰਹੇ ਲਿਵ ਲਾਏ, ਬਿਨ ਸਤਿਗੁਰ ਕਿਨੈ ਨਾ ਪਾਇਓ, ਗੁਰਮੁਖ ਮਿਲੈ ਮਿਲਾਏ। ਬਿਨ ਨਾਮੈ ਪਹਿਨਨ ਖਾਨ ਸਭ ਬਾਤ ਹੈ, ਤੇਗ ਸਿੱਧੀ ਤੇਗ ਕਰਮਾਤ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ। ਪੌੜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੇ ਹਰ ਗੁਣ ਸੰਤਾ, ਹਰ ਕੀਰਤਨ ਕਰੈ ਹਰ ਜਸ ਸੁਣੈ, ਤਿਸ ਕਵਲਾ ਕੰਤਾ। ਹਰ ਦਾਤਾ ਸਭ ਜਗਤ ਭਿਖਾਰੀਆ, ਮੰਗਤ ਜਨ ਜਨਤਾ। ਹਰ ਦੇਵੋ ਦਾਨ ਦਇਆਲ ਹੋਏ, ਵਿੱਚ ਪਾਤਰ ਕਿਮ ਜਨਤਾ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਧਨਵੰਤਾ। ਸ਼ਲੋਕ ਮਹਿਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹੋਮੈ ਵਿੱਚ ਸਭ ਪੜ ਸਕੇ, ਦੂਜੇ ਭਾਏ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹੈ, ਪਾਏ ਮੋਖ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਤਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਮਹਿਲਾ ਤੀਜਾ। ਬਿਨ ਮਨ ਮਾਰੇ ਕੋਈ ਨਾ ਸਿੱਚਈ, ਵੇਖੋ ਕੋ ਲਿਵ ਲਾਏ। ਭੇਖ ਧਾਰੀ ਤੀਰਥੀ ਭਵ ਥਕੇ, ਭੇਖ ਧਾਰੀ ਤੀਰਥੀ ਭਵ ਥਕੇ। ਨਾ ਇਹ ਮਨ ਮਾਰਿਆ ਜਾਏ। ਠੀਕ ਹੈ ਜੀ। ਵੇਣ ਮਨ ਮਾਰੇ ਕੋਏ ਨਾ ਸਿਜਈ। ਮਨ ਨੂੰ ਮਾਰਨ ਤੋਂ ਬਿਨਾ ਕੋਈ ਵੀ ਸਿੱਝਿਆ ਨਹੀਂ, ਕਾਮਯਾਬ ਨਹੀਂ ਹੋਇਆ।
ਕਿਸੇ ਦੀ ਵੀ ਘਾਲ ਥਾਏ ਨਹੀਂ ਪਈ। ਵੇਖੋ ਕੋ ਲਿਵ ਲਾਏ, ਤੁਸੀਂ ਧਿਆਨ ਲਾ ਕੇ ਇਕਾਗਰ ਹੋ ਕੇ ਇਸ ਚੀਜ਼ ਨੂੰ ਵੇਖਣ ਦੀ ਕੋਸ਼ਿਸ਼ ਕਰੋ, ਸਮਝਣ ਦੀ ਕੋਸ਼ਿਸ਼ ਕਰੋ। ਮਨ ਮਾਰਨ ਤੋਂ ਬਿਨਾ ਕੋਈ ਵੀ ਕਿਸੇ ਸਿਰੇ ਨਹੀਂ ਲੱਗਿਆ। ਨਾਲ ਹੀ ਮਹਾਰਾਜ ਅੱਗੇ ਕਹਿੰਦੇ ਨੇ, ਭੇਖ ਧਾਰੀ ਤੀਰਥੀ ਭਵ ਥਕੇ। ਜਿਹੜੇ ਭੇਖ ਧਾਰੀ ਹੈ ਨਾ, ਭੇਖ ਧਾਰੀ, ਬਾਹਰੋਂ ਕੁਝ ਹੋਰ ਤੇ ਅੰਦਰ ਕੁਝ ਹੋ ਰਿਹਾ। ਬਾਹਰੋਂ ਸਾਫ ਸੁਥਰੇ ਲੱਗਦੇ ਨੇ, ਵਧੀਆ ਲੱਗਦੇ ਨੇ, ਧਾਰਮਿਕ ਲੱਗਦੇ ਨੇ, ਬਾਹਰੋਂ ਪੜ੍ਹੇ ਲਿਖੇ ਲੱਗਦੇ ਨੇ, ਬਾਹਰੋਂ ਅਫਸਰ ਜੀ ਲੱਗਦੇ ਨੇ, ਬਾਹਰੋਂ ਪੁਲਿਸ ਲੱਗਦੀ ਆ, ਵਕੀਲ ਸਾਹਿਬ ਲੱਗਦੇ ਨੇ, ਬਾਹਰੋਂ ਭੇਖ ਹੈ। ਤੀਰਥਾਂ ਤੇ ਭਵ ਥਕੇ, ਤੀਰਥਾਂ ਤੇ ਜਾ ਜਾ ਕੇ ਭੌਂ ਭੌਂ ਕੇ ਥੱਕ ਗਏ। ਨਾ ਇਹ ਮਨ ਮਾਰਿਆ ਜਾ, ਇਹ ਮਨ ਮਰਿਆ ਨਹੀਂ, ਇਹ ਮਨ ਨਹੀਂ ਮਰਿਆ। ਮਨ ਜਿਉਂਦਾ ਤਿਉਂ ਉੱਥੇ ਹੀ ਰਹਿ ਗਿਆ। ਮਨ ਦੀਆਂ ਖਰਾਬੀਆਂ, ਮਨ ਦੀਆਂ ਕਮਜ਼ੋਰੀਆਂ, ਮਨ ਦੀਆਂ ਆਦਤਾਂ, ਮਨ ਦੇ ਵਹਿਮ ਭਰਮ, ਮਨ ਦੇ ਪਖੰਡ, ਮਨ ਦੀ ਲੁੱਟ ਖਸੁੱਟ, ਉਹ ਸਾਰਾ ਜਿਉਂਦਾ ਤਿਉਂ ਉੱਥੇ ਦਾ ਉੱਥੇ ਹੀ ਰਹਿ ਗਿਆ। ਮਨ ਦੀ ਭੁੱਖ ਮਿਟੀ ਨਹੀਂ, ਮਨ ਸੁਧਰਿਆ ਨਹੀਂ। ਤੀਰਥਾਂ ਤੇ ਜਾਂਦੇ ਰਹੇ, ਪਰ ਮਨ ਨੂੰ ਕੋਈ ਫਰਕ ਨਹੀਂ ਪਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਜਿੰਨੇ ਵੀ ਇਹ ਲੋਕ ਨੇ, ਚਾਹੇ ਉਹ ਕਿਸੇ ਵੀ ਥਾਂ ਤੇ ਆ, ਵੱਡਿਆਂ ਥਾਵਾਂ ਤੇ ਆ, ਚਾਹੇ ਛੋਟਿਆਂ ਥਾਵਾਂ ਤੇ ਕੰਮ ਕਰਨ ਵਾਲੇ ਆ, ਭਾਵੇਂ ਕੋਈ ਵੀ ਹੋਵੇ, ਭਾਵੇਂ ਆਪਣਾ ਘਰ 'ਚ ਹੀ ਕੋਈ ਕੰਮ ਕਰ ਰਿਹਾ, ਭੇਖ ਤਾਂ ਉਹਦਾ ਵੀ ਹੋ ਸਕਦਾ ਨਾ। ਭੇਖ ਕਿਸੇ ਦਾ ਸਰਕਾਰੀ ਥਾਂ ਤੇ ਵੀ ਹੋ ਸਕਦਾ, ਕਿਸੇ ਦਾ ਪ੍ਰਾਈਵੇਟ ਥਾਂ ਤੇ ਵੀ ਹੋ ਸਕਦਾ। ਜਾਨੀ ਜੋ ਦਿਸ ਰਿਹਾ, ਜੋ ਉਹ ਸਾਹਮਣੇ ਪੇਸ਼ ਕਰ ਰਿਹਾ, ਉਹ ਹੈ ਨਹੀਂਗਾ, ਉਹ ਹੈ ਨਹੀਂਗਾ। ਬੰਦਾ ਪੜ੍ਹਿਆ ਲਿਖਿਆ ਆਪਣੇ ਆਪ ਨੂੰ ਜੈਂਟਲਮੈਨ ਸਾਬਤ ਕਰ ਰਿਹਾ ਵੀ ਮੈਂ ਹੈ, ਵੇਖਿਆ ਹੀ ਪਤਾ ਲੱਗਦਾ ਵੀ ਪੜ੍ਹਿਆ ਲਿਖਿਆ। ਪਰ ਸਤਿਗੁਰੂ ਕਹਿੰਦੇ ਪੜ੍ਹਿਆਂ ਲਿਖਿਆਂ ਵਾਲੀ ਗੱਲ ਤਾਂ ਫਰੋਲਾ ਫਰਾਲੀ ਕੀਤਿਆਂ ਲੱਭਦੀ ਕੋਈ ਨਹੀਂ, ਪੜ੍ਹਿਆਂ ਵਾਲਾ ਕੰਮ ਤਾਂ ਕੋਈ ਵੀ ਨਹੀਂ। ਕਿਉਂਕਿ ਜੇ ਮੂਰਖਪੁਣਾ ਆ, ਜੇ ਹੰਕਾਰ ਆ, ਲਾਲਚ ਆ, ਤੈਨੂੰ ਪੜ੍ਹਿਆ ਕਿੱਦਾਂ ਮੰਨਿਆ ਜਾ ਸਕਦਾ? ਜੇ ਗੁਨਾਹ ਕਰਦਾ ਆ, ਗਲਤੀਆਂ ਇਹ ਵੀ ਕਰ ਰਿਹਾ ਆ, ਤਾਂ ਫਿਰ ਅਨਪੜ੍ਹ ਤੇ ਪੜ੍ਹੇ 'ਚ ਕੀ ਫਰਕ ਰਹਿ ਗਿਆ? ਜਿਹੜੇ ਰਾਹ ਤੇ ਅਨਪੜ੍ਹ ਤੁਰਦਾ, ਉਸੇ ਰਾਹ ਤੇ ਪੜ੍ਹਿਆ ਲਿਖਿਆ ਤੁਰ ਰਿਹਾ, ਫਿਰ ਕੀ ਫਰਕ ਰਹਿ ਗਿਆ? ਜਿੱਦਾਂ ਦੇ ਵਹਿਮ ਭਰਮ ਅਨਪੜ੍ਹ ਬੰਦਾ ਮੰਨ ਰਿਹਾ, ਉਦਾਂ ਦੇ ਹੀ ਇਹ ਪੜ੍ਹਿਆ ਲਿਖਿਆ ਮੰਨ ਰਿਹਾ। ਇਹਦੇ 'ਚ ਤੇ ਉਹਦੇ 'ਚ ਕੀ ਅੰਤਰ ਰਹਿ ਗਿਆ? ਜਿੱਦਾਂ ਦਾ ਬੋਲ ਬਾਣੀ ਅਨਪੜ੍ਹ ਦਾ, ਉਦਾਂ ਦਾ ਹੀ ਇਹਦਾ ਪੜ੍ਹੇ ਲਿਖੇ ਦਾ। ਇਹਨਾਂ ਦੋਵਾਂ 'ਚ ਕੀ ਫਰਕ ਹੈ ਦੱਸੋ? ਆਪਾਂ ਪੜ੍ਹਿਆ ਸੀ ਨਾ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀ ਹੈ। ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀ ਹੈ। ਸੋ ਜਦੋਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਮਹਾਰਾਜ ਕਹਿੰਦੇ ਬਾਹਰੋਂ ਭਾਵੇਂ ਨਾ ਵੀ ਦਿਸਦਾ ਹੋਵੇ, ਬਾਹਰੋਂ ਭਾਵੇਂ ਨਾ ਵੀ ਦਿਸਦਾ ਹੋਵੇ, ਪਰ ਜੇ ਮਨ ਕਰਕੇ ਉਹਨੇ ਉਸ ਚੀਜ਼ ਨੂੰ ਧਾਰਨ ਕੀਤਾ ਹੋਇਆ ਨਾ, ਤਾਂ ਉਹ ਤਾਂ ਵੀ ਕਾਮਯਾਬ ਆ। ਆਪਾਂ ਪੜ੍ਹਿਆ ਸੀ ਨਾ, ਜਿਨ ਪਾਟੇ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਉਹ ਸੰਸਾਰ 'ਚ ਚੰਗੇ ਆ। ਪਰ ਜਿਨ੍ਹਾਂ ਦੇ ਅੰਦਰ ਕਪਟ ਆ, ਅੰਦਰ ਧੋਖਾ ਆ, ਉਹ ਬਾਹਰੋਂ ਭਾਵੇਂ ਜੋ ਮਰਜ਼ੀ ਕਰਦੇ ਰਹਿਣ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਦਰ ਕਪਟ ਵਿਕਾਰ ਹੈ, ਤਿੰਨਾਂ ਉੱਤੇ ਗਾਉਣ ਦੀ ਗੱਲ ਸੀ, ਥੱਲੇ ਆਂਦੇ ਇਹਨਾਂ ਦਾ ਗਾਉਣਾ ਥੋੜਾ, ਇਹਨਾਂ ਦਾ ਰੋਣਾ ਆ। ਇਹ ਗਾਉਂਦੇ ਥੋੜੀ, ਇਹ ਤਾਂ ਰੋਂਦੇ ਨੇ। ਇਹਨਾਂ ਦੇ ਰੋਣਾ ਕੀ ਕਰੂਗਾ? ਇਹਨਾਂ ਦਾ ਰੋਣਾ ਕੀ ਸਵਾਰ ਦੂ ਕਿਸੇ ਦਾ? ਸੋ ਸਤਿਗੁਰੂ ਨੇ ਜੋ ਅਸੀਂ ਕਰ ਰਹੇ ਹਾਂ, ਸਤਿਗੁਰੂ ਨੇ ਉਹਨੂੰ ਨਹੀਂ ਦੇਖਿਆ ਵੀ ਇਹ ਕੀ ਕਰ ਰਿਹਾ, ਕਿਉਂ ਕਰ ਰਿਹਾ। ਮਹਾਰਾਜ ਵੇਂਦੇ ਨੇ ਇਹਦੇ ਪਿੱਛੇ ਮਨੋਰਥ, ਇਹਦੇ ਪਿਛਲਾ ਸਵਾਰਥ, ਇਹਦੇ ਪਿਛਲੀ ਭਾਵਨਾ ਕੀ ਆ। ਮਹਾਰਾਜ ਉਸ ਚੀਜ਼ ਨੂੰ ਦੇਖਦੇ ਆ। ਤੋ ਗੱਲ ਨਿਬੇੜਾ ਸਾਡੀ ਭਾਵਨਾ ਤੇ ਹੋਏਗਾ, ਸਾਡੀ ਸੋਚ ਦੇ ਉੱਤੇ ਹੋਏਗਾ। ਜੋ ਅਸੀਂ ਸੋਚ ਕੇ ਕਰ ਰਹੇ ਹਾਂ, ਜੋ ਸਾਡੇ ਪਿੱਛੇ ਉਹਦੇ ਮਨੋਰਥ ਕੰਮ ਕਰਦਾ, ਉਹਨੂੰ ਧਿਆਨ 'ਚ ਜ਼ਰੂਰ ਰੱਖਿਆ ਜਾਏ। ਬਾਹਰੋਂ ਬੰਦਾ ਸਰੀਰਕ ਤੌਰ ਤੇ ਕੀ ਕਰ ਰਿਹਾ, ਇਹ ਇੱਕ ਵੱਖਰੇ ਅਰਥ ਰੱਖਦਾ। ਸਭ ਤੋਂ ਜ਼ਰੂਰੀ ਆ ਬੰਦੇ ਦੀ ਭਾਵਨਾ, ਉਸ ਵੇਲੇ ਉਹਦਾ ਮਨੋਰਥ ਕੀ ਆ। ਸਾਡੇ ਨਾਲ ਬੱਚਾ ਮੰਨ ਲਓ ਬਾਜ਼ਾਰ ਜਾ ਰਿਹਾ, ਬੱਚੇ ਨੂੰ ਆਦਤ ਆ ਕੋਈ ਵੀ ਚੀਜ਼ ਉਹ ਖਾਣ ਲਈ ਮੰਗ ਸਕਦਾ, ਖੇਡਣ ਵਾਲੇ ਖਿਡੌਣਿਆਂ ਵੱਲ ਹੱਥ ਕਰ ਸਕਦਾ। ਪਰ ਮਾਂ-ਬਾਪ ਜਾਣਦੇ ਆ, ਸਿਆਣੇ ਆ, ਉਹ ਬੱਚੇ ਨੂੰ ਲਾਰਾ ਲੱਪਾ ਲਾ ਰਹੇ ਨੇ ਕਿ ਚੱਲ ਉੱਥੋਂ ਲੈਨੇ ਆ, ਅੱਗੋਂ ਲੈ ਲੈਨੇ ਆ, ਆਪਾਂ ਉੱਥੋਂ ਲਵਾਂਗੇ, ਮੈਂ ਤੈਨੂੰ ਲੈ ਦਿੰਨਾ ਵਾਂ, ਅਗਲੀ ਦੁਕਾਨ ਖੁੱਲੀ ਉੱਥੋਂ ਲੈ ਦਿੰਨੇ।
ਜਾਨੀ ਉਹਨਾਂ ਦਾ ਮਸਲਾ ਆ ਕਿ ਇਹਨੂੰ ਇਸ ਬਾਜ਼ਾਰ ਚੋਂ ਕੱਢਿਆ ਜਾਏ ਕਿਸੇ ਤਰੀਕੇ ਨਾਲ। ਜੇ ਚੀਕ ਝਾੜਾ ਪਾਏਗਾ, ਰੋਏਗਾ, ਸੜਕ ਤੇ ਬੈਠੇਗਾ ਤਾਂ ਇਹ ਕਿੱਦਾਂ ਦਾ ਮਾਹੌਲ ਬਣੇਗਾ। ਤਾਂ ਉਹਨੂੰ ਉਹ ਤੋੜ ਕੇ ਨਾਲ ਲਿਜਾਣਾ ਚਾਹੁੰਦੇ ਉਸ ਪਾਸੇ ਨੂੰ ਜਿੱਧਰੋਂ ਬਾਜ਼ਾਰ ਖਤਮ ਹੋ ਰਿਹਾ, ਜਿੱਧਰੋਂ ਕੰਮ ਖਤਮ ਹੋ ਜਾਣਾ ਵਾ। ਉਹ ਕਹਿੰਦੇ ਅਗਲੀ ਦੁਕਾਨ ਖਲੋ ਜਾ, ਅਗਲੀ ਉੱਥੋਂ ਲੈ ਦਿੰਨੇ, ਉੱਥੋਂ ਲੈ ਦਿੰਨੇ। ਹੁਣ ਉਹ ਝੂਠ ਨਹੀਂ ਬੋਲ ਰਹੇ, ਪਰ ਇਹ ਵੀ ਗੱਲ ਪੱਕੀ ਆ ਕਿ ਉਹਨਾਂ ਲੈ ਕੇ ਵੀ ਨਹੀਂ ਦੇਣਾ। ਇਹ ਵੀ ਪੱਕਾ ਹੈ ਕਿ ਲੈ ਕੇ ਵੀ ਨਹੀਂ ਦੇਣਾ। ਜੇ ਲੈ ਕੇ ਦੇਣਾ ਹੁੰਦਾ ਜਿੱਥੇ ਹੱਥ ਕਰਦਾ ਸੀ ਉੱਥੋਂ ਹੀ ਲੈ ਦਿੰਦੇ। ਪਰ ਇੱਕ ਭਾਵਨਾ ਇਹ ਆ ਕਿ ਇਹ ਜਿਹੜੀ ਕੁਲਫੀ ਮੰਗ ਰਿਹਾ ਜਾਂ ਜੋ ਇਹ ਖਾਣ ਨੂੰ ਮੰਗ ਰਿਹਾ, ਇਹਦੇ ਨਾਲ ਇਹ ਬਿਮਾਰ ਹੋਏਗਾ। ਉਹ ਮਾੜਾ ਨਹੀਂ ਚਾਹੁੰਦੇ, ਉਹਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ, ਉਹ ਭਲਾ ਹੀ ਚਾਹੁੰਦੇ ਨੇ। ਇਸ ਕਰਕੇ ਉਹਨੂੰ ਉੱਥੋਂ ਕੱਢਣਾ ਚਾਹੁੰਦੇ ਆ ਵੀ ਅਗਲੀ ਦੁਕਾਨ ਤੋਂ ਉੱਥੋਂ ਲੈਨੇ ਆ, ਉੱਥੋਂ ਲੈਨੇ ਆ, ਉੱਥੋਂ ਲੈਨੇ ਆ। ਉਹਨੂੰ ਉੱਥੋਂ ਨਿਕਲਣਾ, ਕੱਢਣਾ ਚਾਹੁੰਦੇ ਆ। ਸੋ ਭਾਵਨਾ ਉਹਦੇ ਉੱਤੇ ਡਿਪੈਂਡ ਕਰਦਾ। ਜੇ ਕੋਈ ਹੁਣ ਉੱਥੇ ਵੇਖੇ ਤਾਂ ਇਹੀ ਕਹੇਗਾ ਨਾ ਵੀ ਕਿੱਡੇ ਕੰਜੂਸ ਆ, 2-4 ਰੁਪਈਆਂ ਦੀ ਚੀਜ਼ ਆ, ਲੈ ਦੇਣ। ਪਰ ਜੇ ਉਹਨਾਂ ਨੂੰ ਪੁੱਛਿਆ ਜਾਵੇ ਹੁਣ ਉੱਥੇ ਖਿਲਾਰ ਕੇ, ਤਾਂ ਉਹ ਕਹਿਣਗੇ ਵੀ ਹੁਣ ਚੀਜ਼ ਤਾਂ 4-5-10 ਰੁਪਏ ਦੀ ਹੋਏਗੀ, ਇਹ ਲੈ ਦਿੰਨੇ ਆ। ਪਰ ਮੁੜ ਕੇ ਬਹਿ ਰਾਤਾਂ ਕੱਟਣੀਆਂ ਪੈਂਦੀਆਂ, ਇਹਨੂੰ ਸਾਹ ਨਹੀਂ ਨਿਕਲਦਾ, ਫਿਰ ਔਖਾ ਹੁੰਦਾ ਆ, ਡਾਕਟਰਾਂ ਦੇ ਗੇੜੇ ਤੇ ਗੇੜੇ ਲੱਗਦੇ ਆ, ਫਿਰ ਕੀ ਕਰਾਂਗੇ। ਹੁਣ ਤੇ 10 ਰੁਪਈਆਂ ਦੀ ਚੀਜ਼ ਫਿਰ ਕਿੰਨੇ ਲੱਗਣਗੇ। ਤੇ ਇਸ ਕਰਕੇ ਭਾਈ ਅਸੀਂ ਨਹੀਂ ਇਹਨੂੰ ਲੈ ਕੇ ਦੇਣਾ। ਤਾਂ ਖੈਰ ਗੱਲ ਮੂਲ ਭਾਵਨਾ ਦੇ ਉੱਤੇ ਆਣ ਕੇ ਨਿਬੇੜਾ ਹੋਏਗਾ। ਭਾਵੇਂ ਸਾਹਮਣੇ ਵੇਖਣ ਨੂੰ ਇਹੋ ਹੀ ਲੱਗ ਰਿਹਾ ਵੀ ਵੇਖੋ ਕੰਜੂਸ ਉਹਨੂੰ ਧੋਈ ਜਾਂਦੇ ਆ, ਕਹਿੰਦੇ ਉੱਥੋਂ ਲੈ ਦਿੰਨੇ, ਉੱਥੋਂ ਲੈ ਦਿੰਨੇ। 4 ਦੁਕਾਨਾਂ 10 ਦੁਕਾਨਾਂ ਲੰਘੀਆਂ, ਅਜੇ ਲੈ ਕੇ ਨਹੀਂ ਦਿੱਤਾ, ਅਜੇ ਹੋਰ ਘੜੀਸੀ ਜਾਂਦੇ ਆ, ਕਹਿੰਦੇ ਉੱਥੋਂ ਲੈਨੇ ਆ। ਤਾਂ ਵੇਖਣ ਨੂੰ ਤਾਂ ਇਹੀ ਲੱਗੇਗਾ ਨਾ ਕਿ ਬੱਚੇ ਤੇ ਜ਼ੁਲਮ ਹੋ ਰਿਹਾ, ਵਿਚਾਰਾ ਮੰਗਦਾ, ਰੋਂਦਾ, ਚੀਕਦਾ ਆ। ਦੱਸੋ ਇੰਨੀ ਦਇਆ ਨਾ ਆਈ ਮਾਂ ਬਾਪ ਨੂੰ, ਲੈ ਦਿੰਦੇ। ਪਰ ਹੁਣ ਮਾਂ ਬਾਪ ਦੀ ਜਿਹੜੀ ਭਾਵਨਾ ਉਹ ਸ਼ੁੱਧ ਭਾਵਨਾ ਆ, ਮਾੜੀ ਨਹੀਂ ਆ। ਉਹ ਇਹੋ ਹੀ ਚਾਹੁੰਦੇ ਨੇ ਕਿ ਬਿਮਾਰ ਨਾ ਹੋ ਜਾਏ। ਸੋ ਸਤਿਗੁਰੂ, ਜਦੋਂ ਅਸੀਂ ਕਿਤੇ ਜਾਂਦੇ ਆ, ਕੁਛ ਕਰਦੇ ਆ, ਮੂਲ ਸਾਡਾ ਫੈਸਲਾ ਭਾਵਨਾ ਦੇ ਉੱਤੇ ਹੋਏਗਾ। ਅਸੀਂ ਕਰਨਾ ਕੀ ਚਾਹੁੰਦੇ ਆ, ਉਹ ਚੋਂ ਕੱਢਣਾ ਕੀ ਚਾਹੁੰਦੇ ਆ ਜੀ। ਗੁਰਮੁਖੇ ਮਨ ਜੀਵਤ ਮਰੈ, ਸੱਚ ਰਹੈ ਲਿਵ ਲਾਇ। ਨਾਨਕ ਇਸ ਮਨ ਕੀ ਮਲ ਇਉ ਉਤਰੈ, ਹੋਮੈ ਸ਼ਬਦ ਜਲਾਇ। ਕੋੜੀ ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦ੍ਰਿੜਾਵੋ ਇੱਕ ਕਿਨ ਕਾ। ਹਰ ਹਰ ਸ਼ਿੰਗਾਰ ਬਣਾਓ ਹਰ ਜਨ, ਹਰ ਕਾਪੜ ਪਹਿਰੋ ਖਿਮ ਕਾ। ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ, ਹਰ ਲਾਗੈ ਪਿਆਰਾ ਬਿਨ ਕਾ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਰ ਬਿਖ ਕਾਟੈ ਇੱਕ ਫਲ ਕਾ। ਹਰ ਹਰ ਦਇਆਲ ਹੋਵੈ ਜਿਸ ਉਪਰ, ਹਰ ਹਰ ਦਇਆਲ ਹੋਵੈ ਜਿਸ ਉਪਰ। ਸੋ ਗੁਰਮੁਖ ਹਰ ਜਪ ਜਿਨ ਕਾ। ਸ਼ਲੋਕ ਮਹਿਲਾ ਤੀਜਾ। ਜਨਮ ਜਨਮ ਕੀ ਇਸ ਮਨ ਕੋ ਮਦ ਲਾਗੀ, ਕਾਲਾ ਹੁਆ ਸਿਆ। ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਤੋ ਮਨ ਪਾ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾ। ਨਾਨਕ ਮੈਲ ਨਾ ਲੱਗਈ, ਨਾ ਫਿਰ ਜੋਨੀ ਪਾ। ਮਹਿਲਾ ਤੀਜਾ। ਸੋਂ ਜੁਗੀ ਕਲ ਕਾਲੀ ਕਾਢੀ, ਇੱਕ ਉੱਤਮ ਪਦਵੀ ਇਸ ਜੁਗ ਮਾਹੇ। ਗੁਰਮੁਖ ਹਰ ਕੀਰਤ ਫਲ ਪਾਈਐ, ਜਿਨ ਕੋ ਹਰ ਲਿਖ ਪਾਹੇ। ਨਾਨਕ ਗੁਰ ਪ੍ਰਸਾਦੀ ਅਣਦਿਨ ਭਗਤ ਹਰ ਉਚਰੈ। ਹਰ ਭਗਤੀ ਮਾਹੇ ਸਮਾਏ। ਹੋਲੀ ਹਰ ਹਰ ਮੇਲ ਸਾਧ ਜਨ ਸੰਗਤ, ਮੁਖ ਬੋਲੀ ਹਰ ਹਰ ਭਰੀ ਬਾਣ। ਹਰ ਗੁਣ ਗਾਵਾ ਹਰ ਨਿਤ ਜਵਾ, ਗੁਰਮਤਿ ਹਰ ਰੰਗ ਸਦਾ ਮਾਨ। ਹਰ ਜਪ ਜਪ ਔਖਦ ਖਾਦਿਆ, ਸਭ ਰੋਗ ਗਵਾਤੇ ਦੁਖਾਂ ਘਾਨ। ਜਿਨਾ ਸਾਸ ਵਿਰਾਸ ਨਾ ਵਿਸਰੈ,
से हर जन पूरे सही जान। जो गुरमुख हर आराध दे तिन चुकी जम की जगत कान। श्लोक पहला तीजा। रे जन उथारै दबियो सुद्या गई विहाए। सतगुर का शब्द सुन ना जागियो अंतर ना उपजो जाओ। ਇਹਨੂੰ ਥੋੜਾ ਜਿਹਾ ਅਸੀਂ ਇਸ ਤਰ੍ਹਾਂ ਰੱਖੀਏ ਜੀ, ਰੇ ਜਨ ਸੰਬੋਧਨ ਚ ਆ ਰਿਹਾ, ਔਰ ਸੰਬੋਧਨ ਚ ਜਦੋਂ ਪਾਠ ਆ ਰਿਹਾ ਤਾਂ ਅਗਲੇ ਪਾਸੇ ਸਾਨੂੰ ਥੋੜਾ ਜਿਹਾ ਕਰ ਲੈਣਾ ਚਾਹੀਦਾ। ਉਥਾਰੈ ਦੱਬਿਓ ਤੂੰ ਦੱਬਿਆ। ਇਸ ਤੋਂ ਬਾਅਦ ਅਗਲਾ ਪਾਠ ਵੀ ਸਾਨੂੰ ਧਿਆਨ ਦੇਣਾ ਪਏਗਾ। ਗੁਰ ਕਾ ਸ਼ਬਦ ਸੁਣ ਨਾ ਜਾਗਿਓ, ਰੇ ਜਨ ਤੂੰ ਨਾ ਜਾਗਿਓ। ਤੋ ਇਸ ਤਰ੍ਹਾਂ ਪਾਠ ਇਹਦਾ ਰੱਖੀਏ ਜੀ। ਰੇ ਜਨ ਉਥਾਰੈ ਦੱਬਿਓ ਸੁਧਿਆ ਗਈ ਵਿਹਾਏ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਜਾਓ। ਸਰੀਰ ਜਦੋਂ ਗੁਣ ਬਾਹਰਾ ਜੋ ਗੁਣਕਾਰ ਨਾ ਕਮਾਏ। ਜਗਤ ਜਲੰਦਾ ਜਿਠ ਮੈਂ ਹੋਮੈ ਦੂਜੈ ਪਾਏ। ਨਾਨਕ ਗੁਰ ਸਰਨਾਈ ਉਬਰੇ ਸੱਚ ਮਨ ਸ਼ਬਦ ਧਿਆਏ। ਪਹਿਲਾ ਤੀਜਾ। ਸ਼ਬਦ ਰਤੇ ਹੋਮੈ ਗਈ ਸ਼ੋਭਾਵੰਤੀ ਨਾਰ। ਫਿਰ ਕੈ ਭਾਣੈ ਸਦਾ ਚੱਲੈ ਤਾਂ ਬਣਿਆ ਸ਼ਿੰਗਾਰ। ਸੇਜ ਸੁਹਾਵੀ ਸਦਾ ਪੇਰ ਰਾਵੈ ਹਰ ਬਰ ਪਾਇਆ ਨਾਰ। ਨਾ ਹਰ ਬਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ। ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ। ਕੋੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਦਰ ਪੁਰਿਆਰੀ। ਹਰ ਜੀਓ ਤਿਨਕਾ ਦਰਸ਼ਨ ਨਾ ਕਰੋ ਪਾਪਿਸਤ ਹੱਤਿਆਰੀ। ਉਹ ਘਰ ਘਰ ਫਿਰੇ ਕਸ਼ੁੱਧ ਮਨ ਜਿਉ ਤਰਕਟ ਨਾਰੀ। ਬੜ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ। ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ। ਸ਼ਲੋਕ ਮਹਿਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ। ਜਮਨ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ। ਹਰ ਸੇਤੀ ਮਨ ਰਬ ਰਹਿਆ ਸੱਚੇ ਰਹਿਆ ਸਮਾਏ। ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚੱਲਣ ਸਤਿਗੁਰ ਭਾਏ। ਪਹਿਲਾ ਤੀਜਾ। ਬਿਨ ਸ਼ਬਦੈ ਸੁਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ। ਫਿਰ ਕੀ ਸਾਰ ਨਾ ਜਾਣਈ ਤੁਝੈ ਪਾਏ ਪਿਆਰ। ਸਾਕ ਸ਼ੁੱਧ ਸਾਕ ਲਖਣੀ ਨਾਨਕ ਨਾਰੀ ਵਿੱਚ ਗੁਨਾਹ। ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਲੈਣੀ। ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ। ਜੋ ਜਪਦੇ ਹਰ ਹਰ ਦਿਵਸ ਰਾਤ ਤਿਨ ਹਉ ਕੁਰਬੈਣੀ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿਨ ਜਨ ਦੇਖਾਂ ਨੈਣੀ। ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੈਣੀ। ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ।